ਜਾਵਾਂਗੇ ਡਾਲਰ ਤੋੜ ਲਾਂਗੇ ਤੇ ਆਪਣੀ ਜ਼ਿੰਦਗੀ ਜਿਹੜੀ ਹੈ ਰਾਜੇ ਵਾਂਗ ਜਿਵਾਂਗੇ। ਕੀ ਸੌਖਾ ਹੈ? ਕਾਮਯਾਬੀ ਹੈ ਉਹ ਕਿਤੇ ਜਗ੍ਹਾ ਦਾ ਨਾਂ ਨਹੀਂ ਹੈਗਾ। ਬਾਰਡਰ ਟੱਪ ਕੇ ਆਓ ਜਾਂ ਕਿਵੇਂ ਆਓ, ਤੁਸੀਂ ਮੱਚ ਬੈਟਰ ਐਜ਼ ਕੰਪੇਅਰ ਟੂ ਇੰਡੀਆ। ਜੋ ਬਾਈਡਨ ਇਸ ਸਮੇਂ ਸਿਆਸਤ ਵਿੱਚ ਨੇ, ਉਹਨਾਂ ਦੀਆਂ ਪਾਲਿਸੀਜ਼ ਨੂੰ ਸਹੀ ਸਮਝਦੇ ਹੋ ਤੁਸੀਂ? ਸਾਡਾ ਲੀਡਰ ਹੈ ਉਹ ਡੀਸੈਂਟ ਹੋਣਾ ਚਾਹੀਦਾ ਹੈ। ਇਸ ਟਾਈਮ ਜਿੰਨਾ ਰੇਸਿਜ਼ਮ ਸ਼ੁਰੂ ਹੋ ਗਿਆ, ਸ਼ਰੇਆਮ ਹੋ ਗਿਆ, ਔਰ ਜਿੰਨਾ ਸਾਨੂੰ ਅੱਜ ਡਰ ਲੱਗ ਰਿਹਾ, ਉਹ ਸਾਰਾ ਇਸੇ ਕਰਕੇ ਹੋਇਆ ਕਿਉਂਕਿ ਟਰੰਪ ਨੇ ਕੀਤਾ। ਗਨ ਵਾਇਲੈਂਸ ਖਤਮ ਹੋਣ ਦੀ ਬਜਾਏ ਇਹ ਦਿਨ ਬ ਦਿਨ ਵੱਧ ਰਹੀ ਹੈ। ਕੀ ਇਸਦਾ ਕੋਈ ਅੰਤ ਹੈ? ਜਿਹੜਾ ਗਨ ਵਾਇਲੈਂਸ ਹੈ ਉਹ ਮੈਂਟਲ ਹੈਲਥ ਇਸ਼ੂ ਹੈ। ਲੋਕ ਅਨਬੈਲੈਂਸ ਹੋ ਗਏ ਨੇ। ਇਹ ਸਮਝਿਆ ਜਾਏ ਕਿ ਅਮਰੀਕਾ ਵਿੱਚ ਜਿਹੜੇ ਲੋਕ ਨੇ ਜ਼ਿਆਦਾ ਸਟ੍ਰੈਸ ਵਿੱਚ ਨੇ। ਸਿਰਫ ਅਮਰੀਕਾ 'ਚ ਨਹੀਂ, ਪੂਰੇ ਵਰਲਡ 'ਚ ਨੇ ਇਹਨਾਂ ਕੋਲ ਗਨ ਦਾ ਐਕਸੈਸ ਹੈ। ਸਿਆਸਤ ਦੀ ਖੇਡ ਵਿੱਚ ਅਸੀਂ ਸਿੱਖਾਂ ਦੀ ਸ਼ਮੂਲੀਅਤ ਘੱਟ ਕਿਉਂ ਵੇਖ ਪਾ ਰਹੇ ਹਾਂ? ਸਾਨੂੰ ਐਸੋਸੀਏਟ ਕਰਦੇ ਨੇ ਮੁਸਲਮਾਨਾਂ ਦੇ ਨਾਲ, ਰੈਡੀਕਲ ਇਸਲਾਮਿਕ ਟੈਰਰਿਜ਼ਮ ਨੇ ਉਹਨਾਂ ਦੇ ਨਾਲ। ਸਾਡੇ ਬਾਰੇ ਉਹਨਾਂ ਨੂੰ ਬਹੁਤ ਘੱਟ ਨੌਲੇਜ। ਫੋਟੋਆਂ ਲਾ ਕੇ ਸਾਰੀਆਂ 84 ਦੇ ਦੰਗਿਆਂ ਦੀਆਂ ਅਸੀਂ ਆਪਣੇ ਆਪ ਨੂੰ ਇਹ ਪੇਸ਼ ਕੀਤਾ ਕਿ ਵੀ ਆਰ ਦੇ ਵਿਕਟਮ। ਇਟਸ ਅ ਸ਼ੇਮ ਔਨ ਦ ਸਿੱਖ। ਤਾਂ ਦਾ ਛਿੱਤਰ ਮਾਰਨੇ ਨੇ ਜੀ, ਇੰਡੀਆ ਛਿੱਤਰ ਮਾਰਦਾ। ਢੱਠੇ ਖੂਜ ਪਏ ਇੰਡੀਆ। ਯੂ ਕ੍ਰੀਏਟ ਵੈਲਿਊ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਕੁਲਵਿੰਦਰ ਸਿੰਘ ਬਿਰਮਾਨੀ ਔਰ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਸਿੱਖ ਹਾਈ ਫਲਾਇਰ। ਜਿਸ ਤਰ੍ਹਾਂ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਹਰ ਹਫਤੇ ਇੱਕ ਅਜਿਹੇ ਮਹਿਮਾਨ ਨੂੰ, ਇੱਕ ਅਜਿਹੇ ਸਿੱਖ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕੀਤਾ ਜਾਏ ਜਿਨ੍ਹਾਂ ਨੂੰ ਅਸੀਂ ਮਿਲ ਕੇ ਕਹਿ ਸਕੀਏ ਸਿੱਖ ਹਾਈ ਫਲਾਇਰ, ਜੋ ਕਿ ਸਿਰਫ ਆਪਣਾ ਹੀ ਨਹੀਂ ਬਲਕਿ ਪੂਰੀ ਸਿੱਖ ਕੌਮ ਦਾ ਨਾਂ ਰੌਸ਼ਨ ਕਰ ਰਹੇ ਹੋਣ। ਸੋ ਅੱਜ ਮੇਰੇ ਨਾਲ ਇੱਕ ਬਹੁਤ ਹੀ ਸੋਹਣੀ ਸ਼ਖਸੀਅਤ ਮੌਜੂਦ ਹੈ ਔਰ ਅੱਜ ਮੈਂ ਮੌਜੂਦ ਹਾਂ ਇੰਡੀਆਨਾ ਦੇ ਬੜੇ ਹੀ ਸੋਹਣੇ ਸ਼ਹਿਰ ਵਿੱਚ, ਇੰਡੀਅਨਐਪਲਿਸ ਵਿੱਚ, ਔਰ ਮੇਰੇ ਨਾਲ ਅੱਜ ਸਾਥ ਦੇ ਰਹੇ ਨੇ ਸਰਦਾਰ ਗੁਰਿੰਦਰ ਸਿੰਘ ਖਾਲਸਾ ਜੀ। ਖਾਲਸਾ ਜੀ, ਬਹੁਤ ਬਹੁਤ ਸਵਾਗਤ, ਬਹੁਤ ਬਹੁਤ ਧੰਨਵਾਦ ਆਪਣਾ ਸਾਨੂੰ ਕੀਮਤੀ ਸਮਾਂ ਦੇਣ ਦੇ ਲਈ। ਥੈਂਕ ਯੂ ਵਰਮਾਨੀ ਜੀ, ਥੈਂਕ ਯੂ। ਇਟਸ ਐਨ ਆਨਰ ਦੈਟ ਯੂ ਬੀਨ ਹੀਅਰ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਅੱਜ ਸਾਡੇ ਨਾਲ ਖਾਲਸਾ ਜੀ ਕਿਉਂ ਨੇ? ਕਿਉਂਕਿ ਇੱਕ ਬੜੀ ਹੀ ਸੋਹਣੀ ਸ਼ਖਸੀਅਤ ਇੰਡੀਅਨਐਪਲਿਸ ਦੀ ਪੋਲੀਟੀਸ਼ੀਅਨ ਨੇ, ਐਂਟਰਪ੍ਰੈਨਿਓਰ ਨੇ ਅਤੇ ਸੋਸ਼ਲ ਵਰਕਰ ਵੀ ਨੇ। ਸੋ ਇਹਨਾਂ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਖਾਲਸਾ ਜੀ, ਸਭ ਤੋਂ ਪਹਿਲਾਂ ਤਾਂ ਜ਼ਰੂਰ ਜਾਣਨਾ ਚਾਹਾਂਗੇ, ਕਿਉਂਕਿ ਮੈਂ ਆਪਣੇ ਹਰ ਮਹਿਮਾਨ ਤੋਂ ਇੱਕ ਗੱਲ ਸਭ ਤੋਂ ਪਹਿਲਾਂ ਜ਼ਰੂਰ ਪੁੱਛਦਾ ਕਿ ਅਮਰੀਕਾ 'ਚ ਕਿੰਨਾ ਸਮਾਂ ਹੋ ਗਿਆ ਇਹਨੂੰ, ਅਮਰੀਕਾ ਦਾ ਕਿੰਨਾ ਜਿਹੜਾ ਤਜਰਬਾ ਸੰਜੋਏ ਹੋਇਆ ਆਪਣੇ ਕੋਲ? ਅਮਰੀਕਾ 'ਚ 20 ਜੂਨ 96, ਸੋ ਇਟਸ ਗੋਇੰ ਟੂ ਬੀ ਓਵਰ 26 ਇਅਰਸ। ਕੀ ਬਾਤ ਹੈ। ਹਾਂ, 26 ਸਾਲ ਪਲੱਸ ਹੋ ਗਏ ਅਮਰੀਕਾ ਦੇ ਵਿੱਚ। ਹਾਂਜੀ, ਤਕਰੀਬਨ 26 ਸਾਲ ਹੋ ਗਏ। ਔਰ 26 ਸਾਲਾਂ ਦਾ ਸਫ਼ਰ ਕਿਹੋ ਜਿਹਾ ਬੀਤ ਰਿਹਾ? ਕਿਉਂਕਿ ਕੌੜੇ ਤਜਰਬੇ, ਮਿੱਠੇ ਤਜਰਬੇ ਹਰ ਕਿਸੇ ਦੇ ਹੁੰਦੇ ਨੇ। ਸ਼ੁਰੂਆਤ ਕਿਵੇਂ ਹੋਈ ਸੀ ਅਮਰੀਕਾ ਆਉਣ ਦੀ? ਕੀ ਡਾਲਰਾਂ ਦੀ ਚਮਕ ਖਿੱਚ ਕੇ ਲੈ ਕੇ ਆਈ ਸੀ ਜਾਂ ਕੁਝ ਹੋਰ? ਇਹ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਕਿ ਲਾਈਫ ਦੇ ਵਿੱਚ ਜਿਹੜਾ ਚੀਜ਼ ਬੰਦਾ ਸੋਚਦਾ ਕਈ ਵਾਰੀ ਨਾ, ਪਲਾਨ ਕਰਦਾ ਸਾਰੀ ਜ਼ਿੰਦਗੀ, ਕੋਈ ਵੀ ਚੀਜ਼ ਨੂੰ, ਜਿਹੜੀ ਆਪਾਂ ਚੀਜ਼ ਨੂੰ ਪਲਾਨ ਕਰਨੇ ਆ ਜੀ, ਕਈ ਵਾਰੀ ਉਹ ਜਿਹੜੀ ਪਲਾਨ ਕੁਛ ਕਰਦੇ ਆ ਹੋ ਕੁਛ ਜਾਂਦਾ। ਹਾਂਜੀ। ਸੋ ਮੇਰੇ ਨਾਲ ਵੀ ਕੁਛ ਇੱਦਾਂ ਹੀ ਹੋਇਆ ਕਿ ਮੈਂ ਇੱਕ ਪਿੰਡ 'ਚ, ਛੋਟੇ ਜਿਹੇ ਪਿੰਡ 'ਚ ਪੈਦਾ ਹੋਏ। ਅਦੋਈ ਪਿੰਡ ਹੈਗਾ ਸ਼ਾਹਬਾਦ ਮਾਰਕੰਡ ਦੇ ਲਾਗੇ ਹਰਿਆਣੇ 'ਚ। ਤਾਂ ਪਿੰਡ 'ਚ ਪੈਦਾ ਹੋਏ, ਉੱਥੋਂ ਆਪਣਾ ਹੌਲੀ ਹੌਲੀ ਕੁਛ ਮੁੱਢਲੀ ਵਿੱਦਿਆ ਜਿਹੜੀ ਸੀ ਉਹ ਪਿੰਡ 'ਚੋਂ ਲਈ। ਫਿਰ ਚੰਡੀਗੜ੍ਹ ਚਲੇ ਗਏ। ਤਾਂ ਮਾਂ ਪਿਓ ਦਾ ਹੀ ਸੀਗਾ ਕਿ ਕਿਉਂਕਿ ਮੇਰੇ ਫੁੱਫੜ ਜੀ ਸੀਗੇ ਉਹ ਫੌਜ ਮੇਜਰ ਸੀਗੇ ਜੀ, ਅਤੇ ਮੰਮੀ ਨੂੰ ਮੇਰੇ ਨੂੰ ਇਹ ਸੀਗਾ ਕਿ ਫੌਜ ਅਫਸਰ ਬਣੇ। ਸੋ ਸਾਰਾ ਸਾਡਾ ਜਿਹੜਾ ਪੂਰਾ ਜ਼ੋਰ ਲੱਗਾ ਸੀਗਾ ਕਿ ਪਹਿਲਾਂ NDA ਵਾਸਤੇ, ਫਿਰ CDS ਵਾਸਤੇ। NDA 'ਚ ਮੇਰੀ ਗੱਲ ਨਹੀਂ ਬਣੀ ਤਾਂ CDS 'ਚ ਫਿਰ ਇੱਦਾਂ ਹੋਣ ਕਰਕੇ ਸੋ ਅਲਟੀਮੇਟਲੀ ਬਾਈ ਚਾਂਸ ਇੱਥੇ ਤਾਂ ਜਿਹੜਾ ਅਮਰੀਕਾ 'ਚ ਆਉਣਾ ਸੀਗਾ, ਕੋਈ ਪਲਾਨ ਨਹੀਂ ਸੀ ਈਵਨ ਕਿ ਇੱਥੇ ਆਉਣ ਤੋਂ ਬਾਅਦ ਡਿਸਾਈਡ ਕੀਤਾ ਕਿ ਇੱਥੇ ਰਹਿਣਾ ਹੈ। ਅਦਰਵਾਈਜ਼ I was selected for IMA in Indian Military Academy ਜੀ back in 96। ਸੋ ਲੇਕਿਨ ਇੱਥੇ ਬਾਈ ਚਾਂਸ ਜਦੋਂ ਆਏ, ਮਤਲਬ I was invited by the US Department of Interior ਜੀ, and it was fully sponsored by the US Department of Interior and Punjab University। ਠੀਕ ਹੈ। So because I wrote 4 research papers, those were published here in the US Geographic Journal, and that's how I got invited। but ਜਦੋਂ ਇੱਥੇ ਆਏ ਤਾਂ ਫਿਰ then I realized ਕਿ ਯਾਰ ਇੰਨਾ ਵਧੀਆ ਮੁਲਕ ਹੈ, so opportunities are way better here than back in India। so ਫਿਰ ਵਾਪਸ ਜਾਣ ਦਾ ਦਿਲ ਨਹੀਂ ਕੀਤਾ? ਫਿਰ ਵਾਪਸ ਜਾਣ ਦਾ ਦਿਲ ਨਹੀਂ ਕੀਤਾ। ਮਤਲਬ ਕਿ ਜਦੋਂ ਇਹ ਦੇਖਿਆ ਕਿ I can do better not only for me, also for my own family। ਉਸ ਟਾਈਮ ਕਮਿਊਨਿਟੀ ਦਾ ਤਾਂ ਕੌਣ ਕੇਅਰ ਕਰਦਾ ਇਸ ਟਾਈਮ, ਮਤਲਬ ਉਸ ਏਜ ਦੇ ਵਿੱਚ। I was just 22, 23 that time। ਬਿਲਕੁਲ ਠੀਕ ਹੈ। ਪਰ ਆਉਂਦੇ ਸਾਰ ਪਹਿਲੇ ਫਿਰ ਜੌਬ ਕੀ ਕੀਤੀ ਜਾਂ ਕਿਸੇ ਕੋਈ ਕੰਮ ਕੀਤਾ? ਕੀ ਕੀਤਾ ਆਉਂਦੇ ਸਾਰ? ਮੈਂ, ਕਿਉਂਕਿ ਪੈਸਿਆਂ ਦੀ ਤਾਂ ਹਰ ਇੱਕ ਨੂੰ ਲੋੜ ਹੁੰਦੀ ਹੈ। ਹਾਂਜੀ, ਮੇਰੇ ਕੋਲ ਇਹ ਸੀਗਾ I had one option ਕਿ ਵੀ ਜਾਂ ਤਾਂ ਕੋਈ ਫੁੱਲ ਟਾਈਮ ਜੌਬ ਕਰਾਂ ਜਾਂ ਕੁਛ, ਮਤਲਬ ਕਿ I pursued my degree
So I did my advanced program in business finance from Berkeley. It was like 2.5 years program. तो नाल मैं जॉब कीतियां, मतलब कि ਪਹਿਲਾਂ ਤਾਂ ਸ਼ੁਰੂ ਚ ਤਾਂ ਗੈਸ ਸਟੇਸ਼ਨ ਇਧਰ ਉਧਰ ਹੀ ਜੌਬ ਕੀਤੀ, ਲੇਕਿਨ ਬਾਅਦ ਚ ਸੂਨ ਵਿਦਿਨ ਅ ਮੰਥ ਔਰ ਸੋ ਮੈਨੂੰ ਜੌਬ ਮਿਲ ਗਈ ਐਜ਼ ਇੰਟਰਪ੍ਰੀਟਰ। ਅੱਛਾ। ਰੋਬਰਟ ਬਾਬ ਨਾਂ ਦੇ ਇੱਕ ਹੈਗੇ ਨੇ, ਕਾਫੀ ਅੱਛੇ ਮਸ਼ਹੂਰ ਅਟਰਨੀ ਨੇ ਸੈਨ ਫਰਾਂਸਿਸਕੋ ਦੇ ਵਿੱਚ ਜੀ, ਤੇ ਉਹਨਾਂ ਦੇ ਕੋਲ ਮੈਂ ਆਈ ਵਰਕਡ ਵਿਦ ਹਿਮ ਐਜ਼ ਅ ਪਾਰਟ ਟਾਈਮ ਐਜ਼ ਅ ਇੰਟਰਪ੍ਰੀਟਰ ਜੀ, ਐਂਡ ਫੁੱਲ ਟਾਈਮ ਆਈ ਵਾਸ ਸਟੱਡਿੰਗ। ਠੀਕ ਹੈ। ਫਿਰ ਗੁੱਡ ਨਿਊਜ਼ ਇਹ ਹੋਈ ਕਿ ਮੇਰੇ ਆਉਣ ਤੋਂ ਵਿਦਿਨ ਅ ਈਅਰ ਮਾਈ ਬ੍ਰਦਰ I invited him and he came here. So ਪਰ ਇਹ ਸੀਗਾ ਕਿ he didn't pursue his advanced degree but rather he got into work. ਉਹਦੇ ਨਾਲ ਮੈਨੂੰ ਇਹ ਹੋ ਗਿਆ ਕਿ I was able to, ਮੈਂ ਚਾਹਾਂਗਾ ਕਿ ਅਸੀਂ ਜਿਹੜੀ ਗੱਲਬਾਤ ਸੱਸਾਂ ਨੂੰ ਪੰਜਾਬੀ 'ਚ ਰੱਖੀਏ ਤਾਂ ਕਿ ਸਾਡੇ ਜਿਹੜੇ ਸੁਣਨ ਵਾਲੇ ਨੇ ਬਹੁਤ ਪੰਜਾਬੀ ਵਿਊਅਰਸ ਨੇ। ਸੋ ਮੈਂ ਚਾਹਾਂਗਾ ਜਿਹੜਾ ਯੂਥ ਹੈਗਾ, ਪੰਜਾਬ ਦਾ ਯੂਥ ਹੈ, ਉਹ ਤੁਹਾਡੇ ਤੋਂ ਪ੍ਰਭਾਵਿਤ ਹੋਵੇ ਤੇ ਪੰਜਾਬੀ 'ਚ ਆਪਾਂ ਗੱਲ ਕਰਾਂਗੇ ਤਾਂ ਸਾਡੇ ਨਾਲ ਹੋਰ ਵੀ ਲੋਕੀ ਜੁੜਨਗੇ। ਠੀਕ ਹੈ। ਮਤਲਬ ਇਹ ਹੈ ਕਿ ਛੋਟਾ ਭਰਾ ਜਦੋਂ ਮੇਰੇ ਕੋਲ ਆ ਗਿਆ ਜੀ, ਉਹਨੇ ਜਿਹੜਾ ਸੀਗਾ ਮਤਲਬ ਉਹ ਫੁੱਲ ਟਾਈਮ ਜੌਬ ਕਰਨ ਲੱਗ ਗਿਆ। ਹਾਂਜੀ ਹਾਂਜੀ। ਤੇ ਟਰੱਕਿੰਗ 'ਚ ਹੋ ਗਿਆ ਤੇ ਮੈਂ ਫਿਰ ਆਪਣੀ ਡਿਗਰੀ ਕਰਦਾ ਰਿਹਾ ਜੀ, ਤੇ ਉਹਦੇ ਨਾਲ ਇੱਕ ਦੂਜੇ ਨੂੰ ਸਾਥ ਹੋ ਗਿਆ। ਸੋ ਦੈਟਸ ਹਾਊ ਵੀ ਸਟਾਰਟਡ। ਬਿਲਕੁਲ ਠੀਕ ਹੈ। ਤੇ ਇਸ ਤੋਂ ਬਾਅਦ ਆਪਣੀ ਕੋਈ ਪਰਟੀਕੂਲਰ ਤੁਹਾਡੀ ਜਿਹੜੀ ਜ਼ਿੰਦਗੀ ਦਾ ਜਿਹੜਾ ਹੈਗਾ ਪੜਾਅ ਹੈਗਾ, ਕਿੱਥੇ ਜਾ ਕੇ ਖੜਿਆ ਕਿ ਹਾਂ ਹੁਣ ਮੇਰੀ ਜ਼ਿੰਦਗੀ ਜਿਹੜੀ ਹੈ ਪਟਰੀ ਤੇ ਆ ਗਈ? ਕਿੰਨੇ ਸਾਲ ਲੱਗੇ ਅਮਰੀਕਾ ਜਾਣ ਤੋਂ ਬਾਅਦ? ਦੇਖੋ ਇਹ ਸਾਡਾ ਅਸੀਂ ਸੋਚਦੇ ਹਾਂ ਖੋਰੇ ਵੀ ਸਾਡੀ ਜ਼ਿੰਦਗੀ 'ਚ ਕੁਛ ਕਰਨਾ, ਕੋਈ ਪੜਾਅ ਆਉਣਾ। ਨੋ, ਜ਼ਿੰਦਗੀ 'ਚ ਮੈਂ ਤਾਂ ਹੀ ਰਿਅਲਾਈਜ਼ ਕੀਤਾ ਕਿ ਤੁਸੀਂ ਕੋਈ ਬਣਨਾ ਨਹੀਂ ਹੈਗਾ। ਹਾਂਜੀ। ਮਤਲਬ ਕਿ ਅਸੀਂ ਵੀ ਆਰ ਬੋਰਨ ਮਾਸਟਰਪੀਸ। ਮੈਨੂੰ ਨਾ ਕਈ ਵਾਰੀ ਪੰਜਾਬੀ ਦੇ ਮੇਰੇ ਲਫ਼ਜ਼ ਕੇ ਮੁੱਕ ਜਾਂਦੇ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਪਰਮਾਤਮਾ ਨੇ ਸਾਨੂੰ ਮੁਕੰਮਲ ਹੀ ਪੈਦਾ ਕੀਤਾ। ਹਾਂ। ਤੇ ਜੇ ਅੱਜ ਮੈਂ ਕਹਾਂ ਜੀ ਮੈਂ ਕੁਝ ਬਣਨਾ ਹੈ, ਮੰਨ ਲਓ ਕੋਈ ਕਹਿੰਦਾ ਜੀ ਮੈਂ ਗੁਰੂ ਗੋਬਿੰਦ ਸਿੰਘ ਵਾਂਗੂ ਬਣਨਾ ਹੈ, ਤੇ ਜੇ ਉਹ ਮਤਲਬ ਜਾਂ ਕਿਸੇ ਫਲਾਣੇ ਸਿੰਘ ਵਾਂਗੂ ਬਣਨਾ ਜਾਂ ਫਲਾਣੇ ਵਾਂਗੂ ਬਣਨਾ, ਤੇ ਜਿਹੜਾ ਪਰਮਾਤਮਾ ਹੈ ਉਹ ਸਮਰੱਥ ਹੈ, ਉਹਦੇ ਕੋਲ ਪ੍ਰੋਡਕਸ਼ਨ ਲਾਈਨ ਹੈ। ਉਹਨੂੰ ਜੇ ਤੁਸੀਂ ਤੁਹਾਨੂੰ ਕਿਸੇ ਨੂੰ ਬਣਨਾ ਹੁੰਦਾ ਤੇ ਪਰਮਾਤਮਾ ਤੁਹਾਨੂੰ ਉਹ ਬਣਾ ਕੇ ਭੇਜਣਾ ਸੀਗਾ। ਇਸ ਕਰਕੇ ਇਹ ਸਾਡਾ ਇੱਕ ਬੜਾ ਵੱਡਾ ਵਹਿਮ ਹੈ ਕਿ ਅਸੀਂ ਖੋਰੇ ਵੀ ਸਟਰਗਲ ਕਰਨਾ ਹੈ ਤੇ ਬਣਨਾ। ਜਿਹੜਾ ਭੱਜਣਾ ਸੀ ਨਾ, ਇਹ ਇਹਦੀ ਕੋਈ ਵੱਡੀ ਲੋੜ ਨਹੀਂ ਹੈ। ਮੇਰੀ ਇਹ ਜ਼ਿੰਦਗੀ ਦਾ ਮੰਨਣਾ। ਪਰ ਕਈ ਇੱਥੇ ਬੱਚੇ ਜਿਹੜੇ ਨੇ ਪੰਜਾਬ ਤੋਂ ਆਉਂਦੇ ਨੇ, ਉਹਨਾਂ ਨੂੰ ਇਹ ਲੱਗਦਾ ਹੈ ਕਿ ਬਸ ਕਿਸੇ ਨਾ ਕਿਸੇ ਤਰੀਕੇ ਨਾਲ ਅਮਰੀਕਾ ਪਹੁੰਚ ਜਾਓ, ਭਾਵੇਂ ਉਹ ਲੀਗਲ ਪਹੁੰਚੋ ਜਾਂ ਇਲੀਗਲ ਪਹੁੰਚੋ, ਕਿਸੇ ਨਾ ਕਿਸੇ ਤਰੀਕੇ ਨਾਲ ਬਾਰਡਰ ਕ੍ਰਾਸ ਕਰ ਜਾਓ, ਉੱਥੇ ਦਾ ਡਾਲਰ ਦੇ ਜਿਹੜੇ ਦਰਖਤ ਲੱਗੇ ਹੋਏ ਨੇ, ਜਾਵਾਂਗੇ ਡਾਲਰ ਤੋੜ ਲਾਂਗੇ ਤੇ ਆਪਣੀ ਜ਼ਿੰਦਗੀ ਜਿਹੜੀ ਹੈ ਰਾਜੇ ਵਾਂਗ ਜੀਵਾਂਗੇ। ਕੀ ਸੌਖਾ ਹੈ? ਨਹੀਂ, ਸੌਖਾ ਹੈ। ਦੇਖੋ ਕੋਈ ਵੀ ਚੀਜ਼ ਹੈ ਉਹ ਉਹੀ ਸੌਖੀ ਹੈ ਜਿਹੜੀ ਤੁਸੀਂ ਸੋਚ ਲਈ ਹੋਈ ਸੌਖੀ ਹੈ। ਜ਼ਿੰਦਗੀ ਦੇ ਵਿੱਚ ਜਿਹੜਾ ਜ਼ਿੰਦਗੀ ਦਾ ਫਲਸਫਾ ਹੈ ਨਾ, ਉਹ ਇਸ ਚੀਜ਼ ਤੇ ਨਹੀਂ ਖੜਾ ਕਿ ਅਸੀਂ ਅਮਰੀਕਾ ਜਾ ਕੇ ਕਾਮਯਾਬ ਹੋਵਾਂਗੇ। ਉਹ ਇਸ ਚੀਜ਼ ਤੇ ਖਲੋਤਾ ਹੈ ਕਿ ਜਿਹੜੇ ਵੀ ਇਨਸਾਨ ਦੇ ਵਿੱਚ ਤਿੰਨ ਜਿਹੜੀਆਂ ਵੱਡੀਆਂ ਹਰਡਲਸ ਨੇ, ਹਾਂਜੀ, ਤਿੰਨ ਜਿਹੜੀਆਂ ਵੱਡੀਆਂ ਜਿਹੜੀਆਂ ਮੁਸੀਬਤ ਹਰਡਲਸ ਨੇ, ਉਹ ਹੈਗੀਆਂ ਨੇ, ਇੱਕ ਹੈਗਾ ਫੀਅਰ ਜੀ, ਤੇ ਦੂਜਾ ਹੈਗਾ ਡਾਊਟ, ਤੇ ਤੀਜੀ ਹੈਗੀ ਗਰੀਡ ਜੀ। ਜਿਹੜੀਆਂ ਤਿੰਨ ਚੀਜ਼ਾਂ ਨੇ ਨਾ ਇਨਸਾਨ ਨੂੰ, ਇਹ ਬੰਦੇ ਦੀ, ਇਨਸਾਨ ਦੀ ਹਰ ਚੀਜ਼ ਦੀ, ਹਰ ਤਰੱਕੀ ਨੂੰ ਰੋਕਦੀਆਂ ਨੇ। ਚਾਹੇ ਤੁਹਾਡੀ ਉਹ ਹੈਲਥ ਹੈ, ਚਾਹੇ ਉਹ ਵੈਲਥ ਹੈ, ਤੇ ਚਾਹੇ ਉਹ ਤੁਹਾਡਾ ਰਿਲੇਸ਼ਨ ਹੈ। ਮਤਲਬ ਕਿ ਇਨਸਾਨ ਨੂੰ ਤਿੰਨ ਚੀਜ਼ਾਂ ਨੇ ਰੋਕਿਆ ਹੋਇਆ। ਉਹ ਹੈਗਾ ਫੀਅਰ, ਗਰੀਡ ਤੇ ਡਾਊਟ। ਤੇ ਜਿਹਨੂੰ ਹੁਣ ਆਪਾਂ ਮਤਲਬ ਕਿ ਡਾਊਟ ਕੀ ਹੈ ਵੀ ਇਹ ਨਾ ਸੋਚ ਸਕਣਾ, ਸਾਡੇ 'ਚ ਇਹ ਡਾਊਟ ਹੋ ਜਾਂਦਾ ਵੀ ਖੋਰੇ ਅਸੀਂ ਆਪਣੇ ਮੁਲਕ ਦੇ ਵਿੱਚ ਖੋਰੇ ਅਸੀਂ ਵੀ ਨਹੀਂ ਕਰ ਸਕਦੇ, ਜਾਂ ਇਹ ਦਿਮਾਗ 'ਚ ਆ ਗਿਆ ਵੀ ਯਾਰ ਇੱਥੇ ਤਰੱਕੀ ਦੇ ਸਾਧਨ ਨਹੀਂ ਹੈਗੇ, ਉੱਥੇ ਨੇ। ਇਨਸਾਨ ਮਤਲਬ ਕਿ ਹੁਣ ਇਹ ਮੈਨੂੰ ਇੱਥੇ ਆ ਕੇ ਪਤਾ ਲੱਗਾ, ਮਤਲਬ ਕਿ ਹੁਣ ਇਹ ਸਮਝ ਪਈ ਹੈ ਕਿ ਵੀ ਜਿਹੜਾ ਕਾਮਯਾਬੀ ਹੈ ਉਹ ਕਿਸੇ ਜਗ੍ਹਾ ਦਾ ਨਾਂ ਨਹੀਂ ਹੈਗਾ। ਕਾਮਯਾਬੀ ਦਾ ਤੁਹਾਡੀ ਸੋਚ 'ਚ। ਬਿਲਕੁਲ। ਤੇ ਜੋ ਇਹ ਮਤਲਬ ਇਹ ਹੈਗਾ ਕਿ ਅਪਰਚੁਨਿਟੀਜ਼ ਇੱਥੇ ਜ਼ਿਆਦਾ ਹੈਗੀਆਂ ਨੇ। ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਕਿ ਤੁਸੀਂ ਇਲੀਗਲ ਤਰੀਕੇ ਨਾਲ ਇੱਥੇ ਆ ਜਾਓ, ਕੋਈ ਗੱਲ ਨਹੀਂ, ਤੁਹਾਨੂੰ ਕਾਮਯਾਬੀ ਮਿਲ ਜਾਏਗੀ? ਦੇਖੋ, ਜਿਹੜਾ ਵੀ ਬੰਦਾ ਇਲੀਗਲ ਆਏ ਜਾਂ ਲੀਗਲ ਆਏ, ਜਿਹੜਾ ਬੰਦੇ ਨੇ ਸੋਚ ਲਿਆ ਕਿ ਮੇਰੀ ਕਾਮਯਾਬੀ ਉੱਥੇ ਹੈ, ਉਹਦੀ ਇੱਥੇ ਹੀ ਹੈ। ਮਤਲਬ ਕਿ ਡਾਊਟ ਤੇ ਫੀਅਰ ਦਾ ਇਹੀ ਹੈਗਾ ਨਾ, ਉਹਨਾਂ ਨੂੰ ਇਹ ਯਕੀਨ ਆ ਗਿਆ, ਉਹਨਾਂ ਨੂੰ ਇਹ ਡਾਊਟ ਹੈ, ਬੱਚੇ ਨੂੰ ਇਹ ਡਾਊਟ ਹੈ ਕਿ ਸਾਡੇ ਮੁਲਕ ਦੇ ਵਿੱਚ ਤਰੱਕੀ ਦੇ ਘੱਟ ਸਾਧਨ ਨੇ ਤੇ ਅਮਰੀਕਾ 'ਚ ਮੈਂ ਕਾਮਯਾਬ ਹੋ ਜਾਵਾਂਗਾ। ਤੇ ਇਹਦਾ ਮਤਲਬ ਕਿ ਉਹਨੂੰ ਇੱਥੇ ਡਾਊਟ ਕਲੀਅਰ ਹੋ ਗਿਆ, ਉਹਨੂੰ ਉੱਥੇ ਬੈਠਿਆ। ਜਿਹੜੇ ਬੰਦੇ ਨੂੰ ਫੀਅਰ ਨਹੀਂ ਹੈਗਾ, ਡਾਊਟ ਨਹੀਂ ਹੈਗਾ, ਉਹੀ ਬੰਦਾ ਇੱਥੇ ਆ ਰਿਹਾ। ਮੈਂ ਕਹਿੰਦਾ ਵੀ ਜਿਹੜੇ ਬੰਦੇ ਸਗੋਂ ਇਲੀਗਲ ਤਰੀਕੇ ਨਾਲ ਆ ਰਹੇ ਨੇ, ਇਹਦਾ ਮਤਲਬ ਕਿ ਉਦੋਂ ਦਲੇਰ ਬੰਦਾ ਹੋ ਹੀ ਨਹੀਂ ਸਕਦਾ ਕੋਈ।
ਔਰ ਉਹ ਜਿਹੜੇ ਇੱਥੇ ਹੋਰ ਵੀ ਤੁਸੀਂ ਤਾਂ ਇਹਨੇ ਹੁਣ ਵਿਚਰੇ ਹੋ, ਜਿਹੜਾ ਇਨਸਾਨ ਸਾਰੀਆਂ ਮਤਲਬ ਕਿ ਇਲੀਗਲ ਤਰੀਕੇ ਨਾਲ ਉੱਥੋਂ ਇੱਥੇ ਆਉਂਦਾ ਨਾ, ਉਹਦੇ ਵਾਸਤੇ ਕਾਮਯਾਬੀ ਦੀ ਜ਼ਿਆਦਾ ਹੈ, ਕਿਉਂਕਿ ਉਹਦਾ ਇੱਕ ਮਾਈਂਡ ਸੈਟ ਹੈ ਕਿ ਉਹਨੇ ਹਰ ਚੀਜ਼ ਨੂੰ ਪਾਰ ਕਰਕੇ ਕਾਮਯਾਬ ਹੋਣਾ ਹੀ ਹੋਣਾ ਹੈ, ਉਹਨੂੰ ਕੋਈ ਚੀਜ਼ ਰੋਕ ਨਹੀਂ ਸਕਦੀ। ਇਹ ਤਾਂ ਅਸੀਂ ਇੱਕ ਗਲਤ ਐਗਜ਼ਾਮਪਲ ਵੀ ਸੈੱਟ ਕਰ ਰਹੇ ਹਾਂ ਖਾਲਸਾ ਜੀ, ਕਿਤੇ ਨਾ ਕਿਤੇ ਮਾਫ ਕਰਨਾ, ਕਿਉਂਕਿ ਅਸੀਂ ਬੱਚਿਆਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਗਲਤੀ ਇਲੀਗਲ ਤਰੀਕੇ ਨਾਲ ਇੱਥੇ ਆ ਜਾਓ, ਫਿਰ ਤੁਸੀਂ ਜੇਲ੍ਹਾਂ ਦੇ ਧੱਕੇ ਵੀ ਖਾਓ, ਡੌਂਕਿਆਂ ਦੇ ਚੱਕਰ 'ਚ ਵੀ ਪਓ, ਲੱਖਾਂ ਰੁਪਇਆ ਵੀ ਲਗਾਓ। ਨਹੀਂ, ਅਸੀਂ ਇਹ ਨਹੀਂ ਕਹਿ ਰਹੇ, ਅਸੀਂ ਇਹ ਕਹਿ ਰਹੇ ਹਾਂ ਕਿ ਦੁਨੀਆ ਦੇ ਵਿੱਚ ਮੈਂ ਦੇਖੋ, ਮੈਂ ਥੋੜ੍ਹਾ ਜਿਹਾ ਇਸ 'ਤੇ ਤੁਹਾਡੇ ਨਾਲ ਸਹਿਮਤ ਨਹੀਂ ਹੈਗਾ। ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਨਾ ਕੋਈ ਗਲਤ ਹੈ ਨਾ ਕੋਈ ਸਹੀ ਹੈ, ਹਰ ਚੀਜ਼ ਡਿਫਰੈਂਟ ਹੈ। ਤੁਸੀਂ ਉਸ ਚੀਜ਼ ਨੂੰ ਕਿਵੇਂ ਕਨਵਿੰਸ ਕੀਤਾ? ਰੂਲਸ ਰੈਗੂਲੇਸ਼ਨਸ ਬਣੇ ਨੇ ਨਾ, ਦੇਖੋ ਰੂਲਸ ਐਂਡ ਰੈਗੂਲੇਸ਼ਨ ਬਣੇ ਨੇ, ਜ਼ਰੂਰ ਬਣੇ ਨੇ, ਲੇਕਿਨ ਉਹ ਹੁਣ ਮੰਨ ਲਓ ਇੱਕ, ਹੁਣ ਮੇਰੀ ਗੱਲ ਸੁਣੋ, ਹੁਣ ਇੱਕ ਬੱਚਾ ਵਿਚਾਰਾ, ਹੁਣ ਉਹਨੂੰ ਵੀਜ਼ਾ ਨਹੀਂ ਮਿਲ ਰਿਹਾ ਹੈ, ਵੀਜ਼ਾ ਉਹਨੂੰ ਮਿਲਿਆ, ਵਿਚਾਰਾ ਪੜ੍ਹ ਨਹੀਂ ਸਕਿਆ, ਉਹਦੇ ਮਾਂ ਪਿਓ ਨੂੰ ਪੜ੍ਹਾ ਨਹੀਂ ਸਕੇ, ਵੀਜ਼ਾ ਨਹੀਂ ਮਿਲਿਆ, ਲੇਕਿਨ ਉਹਦੇ ਕੋਈ ਓਪਰਚੁਨਿਟੀ ਹੈਗੀ ਹੈ ਕਿ ਉਹ 40-50 ਲੱਖ ਰੁਪਈਆ ਦੇ ਕੇ ਤੇ ਉਹ ਆਪਣਾ ਜੇ ਗਲਤ ਤਰੀਕੇ ਨਾਲ ਆ ਜਾਂਦਾ ਹੈ ਨਾ, ਉਹਦੇ ਵਾਸਤੇ ਉਹਨੇ ਉਹਨੂੰ ਚੀਜ਼ ਰਿਸਕ ਹੈ ਨਾ। ਇਹ ਤਾਂ ਹੈ ਨਹੀਂ ਕਿ ਕੋਈ ਸਟੈਂਪ ਲਗਾ ਕੇ ਦੇਗਾ ਕਿ ਨਹੀਂ ਤੁਸੀਂ ਉੱਥੇ ਜਾ ਕੇ ਕਾਮਯਾਬ ਹੋ ਜਾਓਗੇ। ਦੇਖੋ ਰਸਤੇ 'ਚ ਤੁਹਾਨੂੰ ਜੇਲ੍ਹਾਂ ਕੱਟਣੀਆਂ ਪੈਣਗੀਆਂ, ਹੋ ਸਕਦਾ ਜੇਲ੍ਹ 'ਚੋਂ ਤੁਹਾਨੂੰ ਡਿਪੋਰਟ ਕਰ ਦਿੱਤਾ ਜਾਏ, ਕੁਛ ਵੀ ਹੋ ਜੇ। ਮੈਂ ਇਹ ਗੱਲ ਕਹਿਣਾ ਵਾ ਕਿ ਜਿਹੜਾ ਬੰਦਾ ਜਿਵੇਂ ਵੀ ਆ ਰਿਹਾ ਨਾ, ਉਹ ਜਿਸ ਬੰਦੇ ਨੇ ਆਪਣਾ ਨੂੰ ਮੰਨ ਲੈਣਾ ਵੀ ਇੱਦਾਂ ਆ ਮੇਰਾ ਸਹੀ ਰਸਤਾ, ਉਹਨੂੰ ਪਹਿਲੀ ਗੱਲ ਤਾਂ ਉਹਨੂੰ ਕੋਈ ਰੋਕ ਨਹੀਂ ਸਕਦਾ। ਲੇਕਿਨ ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਗਲਤ ਜਾਂ ਸਹੀ ਹੈ, ਮੈਂ ਇਹ ਗੱਲ ਕਹਿ ਰਿਹਾ ਦਾ ਫੈਕਟ ਇਨ ਅਮਰੀਕਾ ਦੇ ਵਿੱਚ ਮੇਰੇ 25 ਸਾਲ ਦਾ ਇਹ ਫੈਕਟ ਮੇਰਾ ਮਤਲਬ ਕਿ ਤਜਰਬਾ ਹੈਗਾ ਹੁਣ ਤੱਕ, ਜਿਨ੍ਹਾਂ ਨੂੰ ਵੀ ਮਿਲੇ ਆ, ਜਿਹੜੇ ਵੀ ਅੱਛੇ ਉੱਘੇ ਬਿਜ਼ਨਸਮੈਨ ਨੇ ਇੱਥੇ, ਜਿਨ੍ਹਾਂ ਨੇ ਵੀ ਜ਼ਿਆਦਾ ਕਾਮਯਾਬੀ ਕੀਤੀ ਹੈ, ਮੈਜੋਰਟੀ ਆਫ ਪੀਪਲ ਜਿਹੜੇ ਨੇ ਉਹ ਲੋਕ ਨੇ ਜਿਹੜੇ ਕੰਫਰਟ ਜ਼ੋਨ ਚੋਂ ਹਟ ਕੇ 2 ਨੰਬਰ 'ਚ ਇੱਥੇ ਆਏ ਔਰ ਉਹ ਜ਼ਿਆਦਾ ਕਾਮਯਾਬ ਨੇ। ਜਿਹੜੇ ਇੱਥੇ ਪੜ੍ਹੇ ਲਿਖੇ ਆਏ ਨੇ ਨਾ, ਮੈਂ ਤੁਹਾਨੂੰ ਬੜੇ ਇੱਥੇ ਪੜ੍ਹੇ ਲਿਖੇ ਐਨ ਵਧੀਆ ਆਏ ਵਿਖਾਨਾ ਵਾ, ਉਹ ਹੈਂਡ ਟੂ ਮਾਊਥ ਨੇ, ਉਹ ਕੋਈ ਉਹਨਾਂ ਕੋਲ ਇੰਨੀ ਦਲੇਰੀ ਨਹੀਂ ਹੈਗੀ, ਇੰਨਾ ਜਜ਼ਬਾ ਨਹੀਂ ਹੈਗਾ, ਇੰਨਾ ਉਹਨਾਂ ਕੋਲ ਕਰੇਜ ਨਹੀਂ ਹੈਗਾ ਕਿ ਉਹ ਆਪਣਾ ਬਿਜ਼ਨਸ ਵੀ ਇੱਥੇ ਕਰ ਸਕਣ। ਉਹ ਸਿਰਫ ਆ ਕੇ ਨੌਕਰੀ ਪੇਸ਼ਾ ਕਰਕੇ ਤੇ ਲਾਲਾ ਐਵੇਂ ਦੇ ਕਰਦੇ ਨੇ। ਇਸ ਕਰਕੇ ਮੈਂ ਆਈ ਮੇ ਡਿਫਰ, ਪਰ ਮੈਂ ਕਹਿੰਦਾ ਵੀ ਜਿਹੜਾ ਵੀ ਇਨਸਾਨ ਭਾਵੇਂ ਇਲੀਗਲ ਤਰੀਕੇ ਨਾਲ ਜੇ ਉਹਨੇ ਸੋਚ ਲਿਆ ਨਾ ਵੀ ਮੈਂ ਇਹ ਮੇਰੇ ਵਾਸਤੇ ਇਹੀ ਰਸਤਾ ਹੈ, ਤੇ ਅਸੀਂ ਉਹਨੂੰ ਰੋਕ ਨਹੀਂ ਸਕਦੇ। ਬਿਲਕੁਲ, ਇਹ ਵੀ ਗੱਲ ਸਹੀ ਹੈ, ਕਿਉਂਕਿ ਇੱਕ ਵਾਰੀ ਜੋ ਬੰਦਾ ਫੈਸਲਾ ਕਰ ਲੈਂਦਾ ਫਿਰ ਉਹਨੂੰ ਇਹ ਨਹੀਂ ਪਤਾ ਚੱਲਦਾ ਕਿ ਮੈਂ ਗਲਤ ਕੀਤਾ ਜਾਂ ਸਹੀ ਕੀਤਾ, ਉਹ ਉਸ ਰਾਹ 'ਤੇ ਤੁਰ ਪੈਂਦਾ। ਮੈਂ ਕਹਿੰਦਾ ਵੀ ਹੂ ਆਰ ਵੀ ਕਿ ਆ ਗਲਤ ਜਾਂ ਸਹੀ ਹੈ। ਦੇਖੋ ਜਿਹੜਾ ਫੈਸਲਾ ਮੇਰੇ ਵਾਸਤੇ ਸਹੀ ਹੈ, ਦੂਜੇ ਵਾਸਤੇ ਗਲਤ ਹੈ। ਹਾਂਜੀ, ਠੀਕ ਹੈ ਨਾ। ਮੰਨ ਲਓ ਹੁਣ ਪੂਰੇ ਵਰਲਡ ਦੇ ਵਿੱਚ ਕਿਤੇ ਡਿਕਟੇਟਰਸ਼ਿਪ ਹੈ, ਕਿਤੇ ਡੈਮੋਕ੍ਰੇਸੀ ਹੈ, ਕਿਤੇ ਮਤਲਬ ਕਿ ਹੁਣ ਹਿਸਾਬ ਲਾਓ ਕਿ ਅਮਰੀਕਾ ਦੇ ਵਿੱਚ ਜਿੰਨਾ ਗੰਦ ਨੇ ਅਮਰੀਕਾ ਦੇ ਵਿੱਚ ਟਰੰਪ ਨੇ ਪਾ ਦਿੱਤਾ। ਹੁਣ ਇਸ ਹਿਸਾਬ ਨਾਲ ਹੁਣ ਟਰੰਪ, ਜਦ ਕਿ ਮੇਰੀ ਪਾਰਟੀ ਦਾ ਬੰਦਾ, ਮਤਲਬ ਕਿ ਮੈਂ ਵੀ ਰਿਪਬਲਿਕਨ ਪਾਰਟੀ ਹਾਂ, ਬਟ ਆਈ ਨੈਵਰ ਲਾਈਕਡ ਹਿਮ, ਆਈ ਨੈਵਰ ਸਪੋਰਟਡ ਹਿਮ, ਆਈ ਨੈਵਰ ਵੋਟਡ ਫॉर ਹਿਮ। ਮੇਰੇ ਹੁਣ ਹਿਸਾਬ ਲਾਓ ਕਿ ਜਿੰਨੀ ਉਹਨੇ ਪੂਰੇ ਵਰਲਡ ਦੇ ਵਿੱਚ ਜਿੰਨੀ ਉਹਨੇ ਡੈਮੋਕ੍ਰੇਸੀ ਨੂੰ ਢਾਹ ਲਾਈ ਹੈ, ਜਿੰਨੇ ਅਮਰੀਕਨ ਇੰਸਟੀਟਿਊਸ਼ਨ ਨੂੰ ਢਾਹ ਲਾਈ ਹੈ, ਠੀਕ ਹੈ ਨਾ। ਤਾਂ ਇਸ ਕਰਕੇ ਉਹਨੂੰ ਤੁਸੀਂ ਕਿਸੇ ਚੀਜ਼ ਨੂੰ ਵੀ ਦੁਨੀਆ 'ਚ ਗਲਤ ਜਾਂ ਸਹੀ, ਤਾਂ ਦੇਖੋ ਇਨਸਾਨਾਂ ਨੇ ਬਣਾਇਆ। ਗਲਤ ਸਹੀ ਕੀ ਹੈ, ਮਤਲਬ ਸੱਚ ਜਾਂ ਝੂਠ ਕੀ ਹੈ? ਸੱਚ ਤੇ ਝੂਠ ਬਹੁ ਗਿਣਤੀ ਲੋਕਾਂ ਦੀ ਇੱਕ ਪੈਰਾਮੀਟਰ ਹੈ ਵੀ ਹਾਂ ਵੀ ਉਹਨੂੰ ਜੇ ਬਹੁ ਗਿਣਤੀ ਲੋਕ ਕਹਿ ਰਹੇ ਨੇ ਵੀ ਇਹ ਸਹੀ ਹੈ ਜੇ ਉਹਨੂੰ ਕੋਈ ਕਹਿ ਰਹੇ ਨੇ ਗਲਤ ਤੇ ਗਲਤ, ਮਤਲਬ ਕਿ ਜਿਹੜੀ ਅੰਦਰ ਦੀ ਅਵਸਥਾ ਹੈ ਉਹ 'ਚ ਕੋਈ ਸੱਚ ਹੈ ਨਾ ਕੋਈ ਝੂਠ ਹੈ। ਜਿਹੜੇ ਪਿਛਲੇ ਰਾਸ਼ਟਰਪਤੀ ਰਹੇ ਨੇ, ਤੁਸੀਂ ਉਹਨਾਂ ਨੂੰ ਕਿਹਾ ਕਿ ਡੋਨਾਲਡ ਟਰੰਪ ਤੁਹਾਡੇ ਚਹੇਤੇ ਨਹੀਂ ਸਨ, ਤੁਸੀਂ ਉਹਨਾਂ ਨੂੰ ਵੋਟ ਵੀ ਨਹੀਂ ਕੀਤੀ, ਭਾਵੇਂ ਤੁਹਾਡੇ ਆਪਣੀ ਪਾਰਟੀ ਦੇ ਬਸ਼ਿੰਦੇ ਨੇ, ਪਰ ਅੱਜ ਜੋ ਬਾਈਡਨ ਦੀ ਹਕੂਮਤ ਚੱਲ ਰਹੀ ਹੈ, ਜੋ ਬਾਈਡਨ ਇਸ ਸਮੇਂ ਸਿਆਸਤ ਵਿੱਚ ਨੇ, ਕੀ ਉਹਨਾਂ ਨੂੰ ਸਹੀ ਸਮਝਦੇ ਹੋ ਤੁਸੀਂ? ਉਹਨਾਂ ਦੀਆਂ ਪਾਲਿਸੀਜ਼ ਨੂੰ ਸਹੀ ਸਮਝਦੇ ਹੋ ਤੁਸੀਂ? ਦੇਖੋ ਦੋ ਚੀਜ਼ਾਂ 'ਚ ਹੁੰਦਾ, ਤੁਸੀਂ ਕਦੀ ਵੀ ਬੰਦੇ ਨੂੰ ਪਾਲਿਸੀ ਦੇ ਉੱਤੇ ਨਹੀਂ, ਤੁਸੀਂ ਮਲਟੀਪਲ ਫੈਕਟਰ ਨੇ ਹੈ। ਮਤਲਬ ਕਿ ਮੈਂ ਕਹਿੰਦਾ ਕਿ ਜਿਹੜੀ ਅੱਜ ਜਿਹੜੀ ਸਭ ਤੋਂ ਵੱਡੀ ਜਿਹੜੀ ਪਾਲਿਸੀ ਹੈ ਉਹ ਹੈਗੀ ਹੈ ਕਿ ਜਿਹੜਾ ਸਾਡਾ ਲੀਡਰ ਹੈ ਉਹ ਡੀਸੈਂਟ ਹੋਣਾ ਚਾਹੀਦਾ ਹੈ, ਉਹ ਸਾਰਿਆਂ ਦੀ ਕਦਰ ਕਰਦਾ ਹੋਏ, ਉਹ ਸਾਰਿਆਂ ਦੀ ਰਿਸਪੈਕਟ ਕਰਦਾ ਹੋਏ। ਮੈਂ ਕਹਿੰਦਾ ਵੀ ਜਿਹੜਾ ਹੁਣ ਜਿੰਨੀ ਜਿਹੜੀ ਇੱਥੇ ਰੇਸਿਜ਼ਮ ਸ਼ੁਰੂ ਕੀਤਾ, ਜਿੰਨਾ ਮਤਲਬ ਕਿ ਸਾਨੂੰ ਅੱਜ ਲੋਕੀ ਜਿਹੜੇ ਇੱਥੇ ਇਸ ਟਾਈਮ ਜਿੰਨਾ ਰੇਸਿਜ਼ਮ ਸ਼ੁਰੂ ਹੋ ਗਿਆ, ਸ਼ਰੇਆਮ ਹੋ ਗਿਆ, ਔਰ ਜਿੰਨਾ ਸਾਨੂੰ ਅੱਜ ਡਰ ਲੱਗ ਰਿਹਾ, ਉਹ ਸਾਰਾ ਇਸੇ ਕਰਕੇ ਹੋਇਆ ਕਿਉਂਕਿ ਟਰੰਪ ਨੇ ਕੀਤਾ। ਤਾਂ ਆਮ ਗਲੈਡ ਕਿ ਹੁਣ ਜਿਹੜਾ ਬਾਈਡਨ ਹੈ ਉਹਦੇ ਹੁੰਦਿਆਂ ਹੋਇਆਂ ਆਮ ਜਿਹੜਾ ਬੰਦਾ ਹੈ ਆਪਣੇ ਆਪ ਨੂੰ ਮਹਿਸੂਸ ਕਰਦਾ, ਥੋੜ੍ਹਾ ਜਿਹਾ ਸੇਫ ਮਹਿਸੂਸ ਕਰਦਾ ਜੀ, ਕਿਉਂਕਿ ਉਹਦਾ ਰੀਜ਼ਨ ਹੈ। ਅੱਜ ਜੇ ਮੈਨੂੰ ਕੋਈ ਪੁੱਛੇ ਵੀ ਤੁਸੀਂ ਅਮਰੀਕਾ 'ਚ ਕਿਉਂ ਆਏ ਸੀਗੇ ਜਾਂ ਅਮਰੀਕਾ 'ਚ ਕਿਉਂ ਰਿਹਾ ਸੀ, ਮੇਰਾ ਸਭ ਤੋਂ ਵੱਡਾ ਕਾਰਨ ਸੀਗਾ 3 ਮੇਨ ਕਾਰਨ ਨੇ। ਨੰਬਰ 1 ਸੀਗਾ ਡਿਗਨਿਟੀ ਐਂਡ ਰਿਸਪੈਕਟ। ਤੁਹਾਨੂੰ ਪਤਾ ਹੈ ਕਿ ਉੱਥੇ 1984 ਦਾ ਜਿਹੜਾ ਸਿੱਖ ਜੈਨੋਸਾਈਡ ਹੋਇਆ, ਜਿਹੜਾ ਕਤਲੇਆਮ ਉੱਥੇ ਜਿਹੜਾ ਪਹਿਲਾਂ ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਹੋਇਆ, ਉਸ ਤੋਂ ਬਾਅਦ ਸਾਡੀ ਜੇ ਪੱਤ ਜਾਏ, ਮਤਲਬ ਜਿਹੜੀ ਸਾਡੀ ਪੱਤ ਲੱਥ ਗਈ ਹੈ ਨਾ, ਹੁਣ ਉੱਥੇ ਹਰਿਆਣੇ ਦੇ ਵਿੱਚ ਸੀਗੇ, ਕਹਿੰਦਾ ਸੁਸਰਾ ਸਰਦਾਰ ਹੈ ਜ਼ਰੂਰ ਉਗਰਵਾਦੀ ਪਾਵੇਗਾ। ਇਹੋ ਜਿਹੀ ਉਹਨਾਂ ਦੀ ਸੋਚ ਸਾਡੇ ਟਾਈਮ
ਠੀਕ ਹੈ ਨਾ। ਆਈ ਫੈਲਟ ਮੋਰ ਕਿ ਮੈਂ ਇਨਸਟੈਡ ਕਿ ਮੈਂ ਉਸ ਮੁਲਕ ਵਾਸਤੇ ਉੱਥੇ ਫੌਜ 'ਚ ਜਾਵਾਂ ਔਰ ਉਸ ਮੁਲਕ ਵਾਸਤੇ ਕਰਾਂ ਜਿਹੜਾ ਮੁਲਕ ਸਾਨੂੰ ਆਪਣੇ ਮੁਲਕ 'ਚ ਹੀ ਸਾਨੂੰ ਉਗਰਵਾਦੀ ਕਹਿ ਰਿਹਾ, ਤੇ ਉਹਦੀ ਬਜਾਏ ਆਈ ਕੇਮ ਦਿਸ ਕੰਟਰੀ ਫॉर ਡਿਗਨਿਟੀ ਐਂਡ ਰਿਸਪੈਕਟ। ਠੀਕ है ना। दूसरा हैगा सेफ्टी सिक्योरिटी एंड जस्टिस जी। तीसरा कम्स इकनॉमिक एंड एजुकेशन अपॉर्चुनिटी। ये तीन चीज़ां ने और मैं कहना भी कि हिंदुस्तान दे विच जेड़ा भी कोई गुरु नानक लाल वाला सिख हैगा किवें डज नॉट मैटर आया किवें जी। मैं उन्होंने देखो मीनस जिहड़े मर्जी ने एक बंदे ने वीज़ा ला के आ गया, एक बंदा बॉर्डर टप के आ गया, कोई गल नहीं। मैनू ये नहीं, मैं नहीं कह रहा भी बॉर्डर टप के आओ या किवें आओ, जिवें मर्जी आओ, जे तुसीं आ सकदे हो ते आओ, कोई ऐसी गल नहीं। ਇਹ मुल्क दे विच तुसीं मच बैटर एज कंपेयर टू इंडिया। चलो ठीक है, एक गल ठीक है, लेकिन इत्थे जिन्नी गन वायलेंस हैगी होर किते भी नहीं हैगी है अमेरिका विच। गन वायलेंस की गल करिए तो बराक ओबामा के समय बराक ओबामा ने बहुत जोरां शोरां नाल किया कि असीं गन वायलेंस को खत्म करांगे, खत्म नहीं हो सकी। डोनाल्ड ट्रंप ने भी किया गन वायलेंस खत्म होएगी, नहीं हो पा रही। जो बाइडन ने भी किया सीगा कि जदों इलैक्शनस लड़ रहे सीगे कि असीं गन वायलेंस को खत्म करने दी बहुत चंगे उपराले करांगे, पॉलिसीज़ लैके आवांगे, लेकिन गन वायलेंस खत्म होने की बजाय दिन ब दिन बढ़ रही है। स्कूलों में ज़्यादा गन वायलेंस हो रही है, मॉल्स में हो रही है, रिलीजियस प्लेसिस से हो रही है, गुरुद्वारा साहब ते हो रही है, होर भी कई थावां ते असीं देखी है ये घटनावां हो रही ने, गन वायलेंस बढ़ रही है। की इसका कोई अंत है? देखो गन वायलेंस जी है ना सानू ਉਹਦਾ रूल ਇਹ ਸਵਾਲ ਮੈਂ ਇਸ ਕਰਕੇ ਤੁਹਾਨੂੰ ਖਾਸ ਕਰਕੇ ਕੀਤਾ ਕਿਉਂਕਿ ਤੁਸੀਂ ਪੋਲੀਟੀਸ਼ੀਅਨ ਵੀ ਹੋ ਤੇ ਪੋਲੀਟੀਸ਼ੀਅਨਸ ਨੂੰ ਜਾਣਦੇ ਵੀ, ਉਹਨਾਂ ਦੀ ਨੇੜਤਾ ਨਾਲ ਵੀ ਵਾਕਿਫ ਹੋ ਕਿ ਅੰਦਰ ਖਾਤੇ ਕੀ ਗੱਲਾਂ ਹੁੰਦੀਆਂ ਨੇ। ਦੇਖੋ ਦੋ ਚੀਜ਼ਾਂ ਨੇ, ਜੇ ਅਸੀਂ ਜਿਹੜੀ ਗਨ ਵਾਇਲੈਂਸ ਨਾ ਅਮਰੀਕਾ ਦੇ ਵਿੱਚ ਇਹ ਸਭ ਤੋਂ ਵੱਡੀ ਇਹ ਚੀਜ਼ ਹੈਗੀ, ਇਹਦਾ ਕਾਰਨ ਇਹ ਹੈਗਾ ਫਰਸਟ੍ਰੇਸ਼ਨ, ਇਹਦਾ ਕਾਰਨ ਹੈਗਾ ਮੈਂਟਲ ਹੈਲਥ ਜੀ। ਮੈਂਟਲ ਹੈਲਥ ਜਿਹੜੀ ਹੈ, ਜਿੰਨੀਆਂ ਗਨਸ ਅਮਰੀਕਾ ਦੇ ਵਿੱਚ ਨੇ ਇੰਨੀਆਂ ਤਾਂ ਪੂਰੇ ਵਰਲਡ 'ਚ ਆਮ ਲੋਕਾਂ ਕੋਲ ਨਹੀਂ ਹੈਗੀਆਂ। ਤੁਸੀਂ ਇਹ ਹਿਸਾਬ ਲਾਓ ਕਿ ਉਹਦੇ ਬਾਵਜੂਦ ਵੀ ਇੱਥੇ ਸਾਰਾ ਕੁਝ ਜਿਹੜਾ ਲਾ ਐਂਡ ਆਰਡਰ ਮਚ ਬੈਟਰ ਹੈਗਾ ਐਜ਼ ਕੰਪੇਅਰ ਟੂ ਐਨੀਵੇਅਰ ਇਨ ਦਾ ਵਰਲਡ। ਜਿਹੜਾ ਗਨ ਵਾਇਲੈਂਸ ਹੈ ਉਹ ਮੈਂਟਲ ਹੈਲਥ ਇਸ਼ੂ ਹੈ ਜੀ। ਮੈਂਟਲ ਹੈਲਥ ਇਸ਼ੂ ਇੱਦਾਂ ਹੈਗਾ ਕਿ ਇਹ ਜਦੋਂ ਬੰਦਾ ਜਿਹੜੇ ਇੱਥੇ ਲੋਕ ਨੇ ਜਿਹੜੇ ਬਹੁਤ ਜ਼ਿਆਦਾ ਜਿੱਥੇ ਵੀ ਜਿੰਨੀ ਤਰੱਕੀ ਹੁੰਦੀ ਹੈ ਨਾ ਉੱਥੇ ਲੋਕ ਫਰਸਟ੍ਰੇਟਡ ਹੋ ਜਾਂਦੇ ਨੇ। ਇੱਥੇ ਮੈਂਟਲੀ ਜਿਹੜੇ ਨੇ ਉਹ ਲੋਕ ਅਨਬੈਲੈਂਸ ਹੋ ਗਏ ਨੇ। ਔਰ ਦੂਸਰਾ ਇਹ ਹੈਗਾ ਕਿ ਜਿਹੜੀਆਂ ਗਨਸ ਨੇ ਉਹਨਾਂ ਉੱਤੇ ਕੋਈ ਕੰਟਰੋਲ ਨਹੀਂ ਹੈਗਾ, ਤੇ ਜੇ ਤੁਸੀਂ ਕਹੋਗੇ ਸਿਰਫ ਗੰਨਾਂ ਦੇ ਕੰਟਰੋਲ ਲਾਓ, ਉਹ ਗਨਸ ਤੇ ਨਹੀਂ, ਉਹਦੇ ਨਾਲ ਵੀ ਕੁਝ ਨਹੀਂ ਹੋਣਾ। ਇਹ ਤਾਂ ਦੋ ਤਰਫਾ ਹੋਏਗਾ, ਮਤਲਬ ਕਿ ਇੱਕ ਤਾਂ ਮੈਂਟਲ ਹੈਲਥ ਇਸ਼ੂ ਇੰਨਾ ਜ਼ਿਆਦਾ ਹੈ ਉਸ ਨੂੰ ਟੇਕ ਕੇਅਰ ਕਰਨੀ ਪਏਗੀ, ਦੂਸਰਾ ਗਨਸ ਦਾ ਜਿਹੜਾ ਹੈਗਾ। ਜੇ ਇਹ ਕਿਹਾ ਜਾਏ ਕਿ ਪੋਲੀਟੀਸ਼ੀਅਨਸ ਖੁਦ ਨਹੀਂ ਚਾਹੁੰਦੇ ਕਿ ਗਨ ਵਾਇਲੈਂਸ से कंट्रोल होए, क्योंकि जेकर गन्स से कंट्रोल होएगा अमेरिका की इकोनॉमी ਤੇ ਵੀ ਫਰਕ ਪਏਗਾ, ਕਿਉਂਕਿ ਬਹੁਤ ਸਾਰਾ ਬਿਜ਼ਨਸ ਗਨਸ ਤੇ ਵੀ ਡਿਪੈਂਡ ਕਰਦਾ। ਨਹੀਂ ਐਡਾ ਵੱਡਾ ਨਹੀਂ, ਜੇ ਤੁਸੀਂ ਇਹਨੂੰ ਵੱਡੇ ਲਾਰਜ ਸਕੇਲ ਤੇ ਲਓ ਤੇ ਗਨ ਦਾ ਕੋਈ ਐਡਾ ਵੱਡਾ ਬਿਜ਼ਨਸ ਨਹੀਂ ਹੈਗਾ ਜਿਹੜਾ ਆਮ ਇੱਥੇ ਗਨਸ ਵੇਚਦੀਆਂ ਨੇ। ਉਹਦਾ ਬਿਜ਼ਨਸ ਇੰਨਾ ਨਹੀਂ ਹੈਗਾ ਕਿ ਉਹਦੇ ਨਾਲ ਕੋਈ ਪੋਲੀਟੀਸ਼ੀਅਨ ਨੂੰ ਕੋਈ ਫਾਇਦਾ ਜਾਂ ਨੁਕਸਾਨ ਹੋ ਰਿਹਾ। ਸਿਰਫ ਇਹ ਹੈਗਾ ਕਿ ਦੇਖੋ ਇੱਕ ਤਾਂ ਫਸਟ ਜਿਹੜੀ ਸੈਕਿੰਡ ਅਮੈਂਡਮੈਂਟ ਹੈਗੀ ਹੈ ਜੀ, ਉਹਨੂੰ ਅਮੈਂਡ ਕਰਨਾ ਬੜਾ ਔਖਾ ਹੈ, ਠੀਕ ਹੈ। ਦੂਸਰਾ ਇਹ ਹੈਗਾ ਮੇਨ ਗਨਸ ਦਾ ਹੈਗਾ ਕਿ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਵਾਂ, ਬਿਲਕੁਲ ਥੋੜਾ ਇੱਕ ਉਦਾਹਰਨ ਹੀ ਦੇ ਦਿੰਦਾ ਵਾਂ ਕਿ ਇੱਕ ਵਾਰੀ ਜਦ ਸੰਸਿੰਗ ਮਸਕੀਨ ਸੀਗੇ ਤੁਹਾਨੂੰ ਸਾਰੇ ਉਹਨਾਂ ਨੂੰ ਦੇਖੋ ਪੰਥ ਰਤਨ, ਉਹਨਾਂ ਨੂੰ ਕਿਸੇ ਨੇ ਇੱਕ ਵਾਰੀ ਪੁੱਛਿਆ ਕਿ ਉਹ ਇੱਕ ਨਾ ਟ੍ਰੇਨ 'ਚ ਟਰੈਵਲ ਕਰ ਰਹੇ ਸੀਗੇ ਤੇ ਉਹਨਾਂ ਨੂੰ ਕਿਸੇ ਨੇ ਕਿਹਾ ਵੀ ਵਿਗਿਆਨੀ ਜੀ ਤੁਸੀਂ ਨਾ ਟ੍ਰੇਨ 'ਚ ਟਰੈਵਲ ਨਾ ਕਰਿਆ ਕਰੋ, ਅੱਜ ਕੱਲ੍ਹ ਨਾ ਟ੍ਰੇਨ ਦੀਆਂ ਬੜੀਆਂ ਆਪਸ 'ਚ ਟੱਕਰ ਹੋ ਕੇ ਨਾ ਬੜੀਆਂ ਟੱਕਰ ਹੋ ਰਹੀਆਂ ਨੇ। ਮਤਲਬ 90s ਦੇ ਡੈਕੇਡ ਦੇ ਵਿੱਚ ਨਾ ਅਰਲੀ 90s ਦੇ ਕਾਫੀ ਟ੍ਰੇਨ ਕਲੈਸ਼ ਉੱਥੇ ਐਕਸੀਡੈਂਟ ਹੁੰਦੇ ਸੀਗੇ ਇੰਡੀਆ 'ਚ। ਤੇ ਉਹਨਾਂ ਨੇ ਕਿਹਾ ਅੱਛਾ, ਉਹਨਾਂ ਨੇ ਹਿਸਾਬ ਜੋ ਡਾਟਾ ਦੇਖਿਆ ਕਿ ਬਹੁਤ ਗਿਣਤੀ ਜਿਹੜੇ ਲੋਕ ਨੇ ਨਾ 98% ਜਿਹੜੇ ਲੋਕ ਨੇ, मतलब कि पूरे वर्ल्ड का एक डाटा है कि 98% लोग ने मेजोरिटी ऑफ पीपल दे डाई एट देयर होम, दे डोंट डाई इन द क्रैशेस। तो इस करके जे गन ऑन दी एवरेज लाओ कि जे गन वायलेंस च 0.0001% लोग मर रहे हैं। सिर्फ ये गल हैगी है कि जदों कोई गन ना मरदा वो एक सनसनी फैलती है, बिल्कुल। तो इस करके बहुत गिनती लोग जिहड़े ने ना वो घरां च ही मर रहे हैं, अजाई मौतां च मर रहे हैं, होर कई चीज़ां मर रहे हैं। तो गन वायलेंस नूं ये साडे कोल अपॉर्चुनिटी हैगी है कि गन जेड़ा बंदे ने कीता आखिरकार ਉਹਦੀ ਸਟੇਟ ਆਫ ਮਾਈਂਡ ਕੀ ਸੀਗਾ, ਤੁਸੀਂ ਆਪ ਹੀ ਹਿਸਾਬ ਲਾਓ। ਯਾਨੀ ਕਿ ਇਹ ਸਮਝਿਆ ਜਾਏ ਕਿ ਅਮਰੀਕਾ ਵਿੱਚ ਜਿਹੜੇ ਲੋਕ ਨੇ ਜ਼ਿਆਦਾ ਸਟ੍ਰੈਸ ਵਿੱਚ ਨੇ, ਸਿਰਫ ਅਮਰੀਕਾ 'ਚ ਨਹੀਂ ਪੂਰੇ ਵਰਲਡ 'ਚ ਨੇ, ਇਹਨਾਂ ਕੋਲ ਗਨ ਦਾ ਐਕਸੈਸ ਹੈ। ਦੈਟਸ ਇਟ। ਉਹੀ ਹੈ ਨਾ, ਗਨ ਕਿਤੇ ਨਾ ਕਿਤੇ ਕੰਟਰੋਲ ਜਿਹੜਾ ਹੈਗਾ ਲਗਾਉਣਾ ਬੜਾ ਜ਼ਰੂਰੀ ਹੈ। ਦੇਖੋ ਅਮਰੀਕਾ 'ਚ ਕੰਟਰੋਲ ਕਰ ਸਕਦੇ ਨੇ ਜੇ ਉਹਨਾਂ ਦੀ ਭਾਵਨਾ ਹੋਏ, ਕਿਉਂਕਿ ਇਹ ਹੈਗਾ ਕਿ ਉਹ ਐਸਾ ਇੱਕ ਐਸਾ ਸਨਸ਼ਨੀ ਇਸ਼ੂ ਹੈ। ਉਹਦਾ ਜੇ ਸਭ ਤੋਂ ਵੱਡੀ ਗੱਲ ਕੀ ਵੀ ਹੈਗੀ ਹੈ ਕਿ ਮੰਨ ਲਓ ਹੁਣ ਗਨ ਜਦੋਂ ਅਸੀਂ ਇਹ ਸਾਰਾ ਸਾਈਕੋਲੋਜੀਕਲ ਹੈ। ਮੰਨ ਲਓ ਹੁਣ ਤੁਹਾਡੇ ਕੋਲ ਗਨ ਹੈ ਨਾ, ਗਨ ਮੀਨਸ ਪਾਵਰ,
ਜੀ ਗਨ ਮੀਨਸ ਕਿ ਮੈਂ ਪਾਵਰਫੁਲ ਬੰਦਾ। ਹੁਣ ਕੀ ਹੈਗਾ ਕਿ ਅਮਰੀਕਾ ਦੇ ਵਿੱਚ ਜਿਹੜੇ ਖਾਸ ਕਰਕੇ ਜਿਹੜੇ ਇਮੀਗ੍ਰੈਂਟਸ ਨੇ ਜਾਂ ਜਿਹੜੇ ਪੜ੍ਹੇ ਲਿਖੇ ਲੋਕ ਨੇ ਜਾਂ ਜਿਹੜੇ ਉਹ ਨੇ ਉਹ ਅੱਗੇ ਉਹ ਮਤਲਬ ਕਿ ਉਹ ਜ਼ਿਆਦਾ ਸਰਮਾਏਦਾਰ ਹੋ ਜਾਂਦੇ ਨੇ। ਜੀ ਹੁਣ ਜਿਹੜਾ ਬੰਦਾ ਇੱਕ ਅਮਰੀਕਨ ਹੈ, ਮੇਨਸਟ੍ਰੀਮ ਅਮਰੀਕਨ ਹੈ, ਖਾਸ ਕਰਕੇ ਜੇ ਤੁਸੀਂ ਗਨਸ ਵਾਲਿਆਂ ਨੂੰ ਦੇਖਦੇ ਹੋ ਉਹ ਈਵਨ ਹਾਈ ਸਕੂਲ ਪਾਸ ਵੀ ਨਹੀਂ ਹੁੰਦੇ ਜਾਂ ਹਾਈ ਸਕੂਲ ਨਹੀਂ ਜਾਂ ਬਹੁਤ ਲੋ ਲੈਵਲ ਦੇ, ਉਹਨਾਂ ਦਾ IQ ਲੈਵਲ ਬੜਾ ਘੱਟ ਹੁੰਦਾ। ਉਹਨੂੰ ਉਹ ਸੋਚਦੇ ਨੇ ਕਿ ਯਾਰ ਮੈਂ ਇੱਕ ਪਾਵਰਲੈਸ ਹੋ ਗਿਆ। ਉਹ ਗਨ ਨੂੰ ਮਾਰ ਕੇ ਦੂਜੇ ਨੂੰ ਦੇਖਦੇ ਨੇ ਯੈਸ ਆਈ ਹੈਵ ਦ ਪਾਵਰ। ਸੋ ਇਸ ਆਲ ਸਾਈਕੋਲੋਜੀਕਲ। ਹਾਂ, ਇਹਦੇ 'ਚ ਉਹ ਨਹੀਂ ਹੈਗਾ ਕਿ ਵੀ ਗਨਸ ਦੇ ਨਾਲ। ਔਰ ਇਹਨਾਂ ਕੋਈ ਜੇ ਮੰਨ ਲਓ ਤੁਸੀਂ ਹਿਸਾਬ ਲਾਓ ਕਿ ਜੇ ਮੰਨ ਲਓ ਪੂਰੇ ਸਾਲ ਦੇ ਵਿੱਚ ਮੰਨ ਲਓ 1 ਸਾਲ ਦੇ ਵਿੱਚ ਤੁਸੀਂ 100 ਬੰਦਾ ਵੀ ਤੁਸੀਂ ਗਨ ਨਾਲ ਮਾਰਤਾ, ਠੀਕ ਹੈ ਨਾ, ਜਿੱਥੇ 50 ਲੱਖ ਬੰਦਾ ਮਤਲਬ 1.5 ਲੱਖ ਇਨਸਾਨ ਪੂਰੇ ਵਰਲਡ ਦੇ ਵਿੱਚ ਹਰ ਰੋਜ਼ ਮਰ ਰਿਹਾ ਘਰੇ, ਤੇ 1.5 ਲੱਖ ਜਿਹੜਾ ਹੈ ਉਹ ਪੈਦਾ ਹੋ ਰਿਹਾ, ਠੀਕ ਹੈ ਨਾ। ਤਾਂ ਕਹਿਣ ਦਾ ਮਤਲਬ ਹੈਗਾ ਕਿ ਇਹ ਸਿਰਫ ਇਹ ਹੈਗਾ ਕਿ ਕਿਉਂਕਿ ਗਨ ਦੇ ਨਾਲ ਇੱਕ ਸਨਸ਼ਨੀ ਬਣ ਜਾਂਦੀ ਹੈ, ਇੱਕ ਨੈਗੇਟਿਵ ਖਬਰ ਬਣ ਜਾਂਦੀ ਹੈ, ਉਹ ਲੋਕਾਂ ਦੇ ਇੱਕ ਦਹਿਸ਼ਤ ਫੈਲਦੀ ਹੈ, ਔਰ ਜਿਹੜਾ ਮੀਡੀਆ ਉਹਨੂੰ ਮਤਲਬ ਕਿ ਉਹਨੂੰ ਕਰਨ ਚੁੱਕਦਾ। ਅਦਰਵਾਈਜ਼ ਖਤਮ ਕਰਨਾ ਵੀ ਤਾਂ ਸਰਕਾਰਾਂ ਦਾ ਹੀ ਕੰਮ ਹੈ ਨਾ। ਦੇਖੋ ਸਰਕਾਰਾਂ ਦੇ ਕੰਮ ਹੈਗਾ, ਮੈਂ ਤੁਹਾਨੂੰ ਦੱਸਿਆ ਕਿ ਇਹ ਮੈਂ ਆਮ ਨਾਟ ਇਨ ਫੇਵਰ। ਮੈਂ ਤਾਂ ਚਾਹੁੰਦਾ ਕਿ ਟੋਟਲ ਕੰਪਲੀਟ ਬੈਨ ਹੋਏ ਅਮਰੀਕਾ ਦੇ ਵਿੱਚ, ਕਿਸੇ ਕੋਲ ਗਨ ਹੋਣ ਦੀ ਲੋੜ ਹੀ ਨਹੀਂ। ਜਦ ਇਹ ਨਹੀਂ ਬਾਕੀ ਸੁਰੱਖਿਆ ਤੁਹਾਨੂੰ ਗਨ ਦੀ ਲੋੜ ਕੀ ਹੈ। ਲੇਕਿਨ ਉਸ ਚੀਜ਼ ਦੇ ਵਿੱਚ ਜਿਹੜਾ ਵੀ ਜਿੰਨੇ ਵੀ ਪੋਲੀਟੀਸ਼ੀਅਨ ਨੇ ਉਹ ਇਹ ਦੇਖਦੇ ਨੇ ਕਿ ਕਿਹੜੀ ਗੱਲ ਕਰਕੇ ਮੈਂ ਆਪਣੀ ਸੀਟ ਤੇ ਬਣੇ ਰਹਾ। ਉਹਨਾਂ ਨੂੰ ਇਹ ਨਹੀਂ ਹੈਗਾ ਕਿਉਂਕਿ ਉਹ ਸਾਰੇ ਹਿਪੋਕ੍ਰੇਟਸ ਨੇ, ਸੈਲਫ ਇੰਟਰਸਟ ਨੇ। ਪੋਲੀਟੀਸ਼ੀਅਨ ਜਿਹੜੇ ਮਰਜ਼ੀ ਦੁਨੀਆ ਦਾ ਹੈਗਾ ਉਹਦਾ ਆਪਣਾ ਇੱਕ ਇੰਟਰਸਟ ਹੈਗਾ। ਬਿਲਕੁਲ। ਜੇ ਤੁਸੀਂ ਇਹ ਪੋਲਿਟਿਕਸ ਦੀ ਡੈਫੀਨੇਸ਼ਨ ਨੂੰ ਲਓ, ਮੰਨ ਲਓ ਤੁਸੀਂ ਡੈਫੀਨੇਸ਼ਨ ਕੀ ਹੈ ਪੋਲਿਟਿਕਸ ਦੀ, ਉਹਦੀ ਹੈਗੀ ਕਿ ਕਨਿੰਗਲੀ ਸਮਾਰਟ ਪੀਪਲ ਦੇ ਪੋਲਿਟਿਕਸ ਇਜ਼ ਅ ਪਲੇ, ਮਤਲਬ ਕਿ ਪੋਲਿਟਿਕਸ ਇੱਕ ਖੇਡ ਹੈ ਜੀ। ਤੇ ਬਹੁਤ ਜਿਹੜੇ ਸ਼ਰੂਡ ਲੋਕ ਨੇ, ਸ਼ਰੂਡ ਜਿਹਨੂੰ ਆਪਾਂ ਕਹਿੰਦੇ ਆ, ਬਹੁਤ ਹੀ ਮਤਲਬੀ ਜਿਹੜੇ ਲੋਕ ਨੇ, ਕਨਿੰਗ ਲੋਕ ਨੇ, ਮੈਜੋਰਟੀ ਹੁੰਦਾ ਉਹ ਲੋਕ ਇਸ ਪਲੇ ਨੂੰ, ਇਸ ਖੇਡ ਨੂੰ ਖੇਡਦੇ ਨੇ। ਤੇ ਪਰ ਇਸ ਖੇਡ ਵਿੱਚ ਮੈਜੋਰਟੀ ਆਫ ਅਸ ਜਸਟ ਟਾਕ ਅਬਾਊਟ ਇਟ ਆਲ ਡੇ ਲੌਂਗ। ਪਰ ਇਸ ਸਿਆਸਤ ਦੀ ਖੇਡ ਵਿੱਚ ਅਸੀਂ ਸਿੱਖਾਂ ਦੀ ਸ਼ਮੂਲੀਅਤ ਘੱਟ ਕਿਉਂ ਵੇਖ ਪਾ ਰਹੇ ਹਾਂ? ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ, ਕੈਨੇਡਾ ਦੀ ਗੱਲ ਕਰੀਏ, ਕੈਨੇਡਾ ਦੀ ਪਾਰਲੀਮੈਂਟ ਵਿੱਚ ਬਹੁਤ ਸਾਰੇ ਸਿੱਖ ਸੱਜਣ ਸਾਡੇ ਅੱਜ ਪਹੁੰਚ ਚੁੱਕੇ ਨੇ ਜੋ ਸਿਰਫ ਸਿੱਖਾਂ ਦੀ ਗੱਲ ਨਹੀਂ ਕਰ ਰਹੇ ਬਲਕਿ ਹੋਰਨਾਂ ਕਮਿਊਨਿਟੀਜ਼ ਦੀ ਵੀ ਗੱਲ ਕਰ ਰਹੇ ਨੇ, ਕਿਉਂਕਿ ਮੈਂਬਰ ਪਾਰਲੀਮੈਂਟ ਨੇ। ਉਹਨਾਂ ਨੂੰ ਸਿਰਫ ਇੱਕ ਕਮਿਊਨਿਟੀ ਬਾਰੇ ਨਹੀਂ ਸੋਚਣਾ, ਉਹਨਾਂ ਨੇ ਹਰ ਕਮਿਊਨਿਟੀ ਬਾਰੇ ਗੱਲ ਕਰਨੀ ਹੈ। ਪਰ ਜਦੋਂ ਅਸੀਂ ਅਮਰੀਕਾ 'ਚ ਦੇਖਦੇ ਹਾਂ ਤਾਂ ਅਮਰੀਕਾ 'ਚ ਬਹੁਤ ਹੀ ਗਿਣੇ ਚੁਣੇ ਜਿਹੜੇ ਸਿੱਖ ਸ਼ਖਸੀਅਤ ਨੇ ਉਹ ਅੱਗੇ ਆਏ ਨੇ ਪੋਲੀਟਿਕਸ ਵਿੱਚ, ਤੇ ਮੇਅਰ ਵੀ ਬਣੇ ਨੇ, ਨਿਊ ਜਰਸੀ ਵਿੱਚ ਮੇਅਰ ਬਣੇ ਨੇ ਜਾਂ ਹੋਰ ਕਮਿਊਨਿਟੀ ਕਮਿਸ਼ਨਰਸ ਹੈਗੇ ਨੇ। ਪਰ ਜਦੋਂ ਅਸੀਂ ਕੈਪੀਟਲ ਹਿੱਲ ਦੇਖਦੇ ਹਾਂ ਤਾਂ ਕੈਪੀਟਲ ਹਿੱਲ ਇਸ ਸਮੇਂ ਦਸਤਾਰਾਂ ਨਾਲ ਨਜ਼ਾਰਤ ਹੈ, ਦਸਤਾਰਾਂ ਤੋਂ ਨਜ਼ਾਰਤ ਹੈ, ਖਾਲੀ ਹੈ। ਕਿਉਂ? ਇਹ ਬੜਾ ਵੱਡਾ ਤੁਸੀਂ ਬਹੁਤ ਹੀ ਅਹਿਮ ਕੁਐਸਚਨ ਪੁੱਛਿਆ। ਦੇਖੋ ਦਲੀਪ ਸਿੰਘ ਸੌਂਦ ਜਿਹੜੇ ਸੀਗੇ ਪਹਿਲੇ ਏਸ਼ੀਅਨ, ਪਹਿਲੇ ਸਿੱਖ, ਪਹਿਲੇ ਇੰਡੀਅਨ, ਮਤਲਬ ਕਿ ਇੱਕ ਤਰ੍ਹਾਂ ਦੇ ਉਹ ਕਾਂਗਰਸਮੈਨ ਸੀਗੇ ਜੀ। ਔਰ ਉਹ ਇੱਕ ਪਹਿਲੀ ਵਾਰੀ ਉਹ ਇਲੈਕਸ਼ਨ ਲੜਿਆ, ਉਸ ਤੋਂ ਬਾਅਦ ਉਹ ਅਨਅਪੋਜ਼ਡ ਹੀ ਰਹੇ ਨੇ। ਹਾਂਜੀ, ਠੀਕ ਹੈ ਨਾ। ਇਹ ਹਿਸਾਬ ਲਾਓ ਕਿ ਉਸ ਤੋਂ ਬਾਅਦ ਬੜੀ ਦੁੱਖ ਦੀ ਗੱਲ ਹੈ ਕਿ ਆਪਾਂ ਐਜ ਏ ਸਿੱਖ, ਅਸੀਂ ਜਿਹੜਾ ਸਿੱਖ ਪੋਲੀਟੀਸ਼ੀਅਨ ਜਿਹੜਾ ਉਹ ਅਮਰੀਕਾ 'ਚ ਅਸੀਂ ਨਹੀਂ ਪ੍ਰੋਡਿਊਸ ਕਰ ਸਕੇ। ਕਈ ਬੱਚੇ ਆਉਣਾ ਚਾਹੁੰਦੇ ਨੇ ਅੱਗੇ, ਪਰ ਆਪਣੀ ਕਮਿਊਨਿਟੀ ਹੀ ਉਹਨਾਂ ਨੂੰ ਵੋਟ ਨਹੀਂ ਪਾਉਂਦੀ। ਉਹਦਾ ਕੀ ਕਾਰਨ ਮੰਨਦੇ ਹੋ? ਕਿ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਆਉਣ ਨਹੀਂ ਦੇਣਾ ਚਾਹੁੰਦੇ? ਨਹੀਂ, ਆਪਣੀ ਜਿਹੜੀ ਕਮਿਊਨਿਟੀ ਹੈਗੀ ਹੈ ਨਾ, ਆਪਣੀ ਕਮਿਊਨਿਟੀ ਵੋਟ ਪਾਉਂਦੀ ਹੈ, ਐਸੀ ਕੋਈ ਗੱਲ ਨਹੀਂ। ਮੈਂ ਹੁਣ ਇੱਥੇ ਅਸੀਂ ਇਲੈਕਸ਼ਨ ਲੜਿਆ ਸੀਗਾ ਸਿਟੀ ਕਾਉਂਸਲ ਦਾ ਸਿਟੀ ਵਾਈਡ, ਸਾਰਿਆਂ ਨੇ ਵੋਟ ਪਾਈ ਸੀ। ਕੁਐਸਚਨ ਉਹ 'ਚ ਹੈ ਕਿ ਸਾਡੀ ਜਿਹੜੀ ਸਿੱਖ ਕਮਿਊਨਿਟੀ ਦੇ ਬੇਸ ਦੇ ਉੱਤੇ ਅਸੀਂ ਜਿੱਤ ਹੀ ਨਹੀਂ ਸਕਦੇ। ਠੀਕ ਹੈ, ਨੰਬਰ ਹੋਰਨਾਂ ਕਮਿਊਨਿਟੀਜ਼ ਵੀ ਸਪੋਰਟ ਚਾਹੀਦੀ ਹੈ, ਪਰ ਉਹੀ ਕਹਿੰਦਾ ਕਿ ਹੋਰਨਾਂ ਚਾਹੀਦੀ ਹੈ, ਹੋਰਨਾਂ ਜਿਹੜੀ ਕਮਿਊਨਿਟੀਜ਼ ਨੇ ਉਹ ਸਾਨੂੰ ਸਪੋਰਟ ਕਰਨਗੀਆਂ ਤਾਂ ਅਸੀਂ ਅੱਗੇ ਵਧਾਂਗੇ, ਪਰ ਸਪੋਰਟ ਨਹੀਂ ਮਿਲ ਪਾ ਰਹੀ। ਉਹਦਾ ਕੀ ਕਾਰਨ ਹੈ? ਕਿ ਅਸੀਂ ਵਿਸ਼ਵਾਸ ਨਹੀਂ ਬਣਾ ਪਾ ਰਹੇ? ਨਹੀਂ, ਵਿਸ਼ਵਾਸ ਬਣਾ ਪਾ ਰਹੇ ਹਾਂ। ਪਹਿਲੀ ਗੱਲ ਤਾਂ ਸਾਡੀ ਡਿਫਰੈਂਟ ਆਇਡੈਂਟੀਟੀ ਹੈ ਜੀ। ਨੋ ਮੈਟਰ ਵਾਟ, ਜਿਹੜਾ ਮੇਰਾ ਹੁਣ ਤਜਰਬਾ ਪਿੱਛੇ ਜਦੋਂ ਇਲੈਕਸ਼ਨ ਲੜਿਆ ਸੀਗਾ, ਉਹਦੇ 'ਚ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਬੀਇੰਗ ਏ ਸਿੱਖ, ਟਰਬਨ ਹੈਗੀ ਹੈ, ਦਾੜੀ ਕੇਸ ਹੈਗੇ ਨੇ ਨਾ, ਇਸ ਚੀਜ਼ ਨੂੰ ਜਦੋਂ ਦੇਖਦੇ ਨੇ ਉਹ ਸਾਨੂੰ ਐਸੋਸੀਏਟ ਕਰਦੇ ਨੇ ਮੁਸਲਮਾਨਾਂ ਦੇ ਨਾਲ, ਸਾਨੂੰ ਅਰਬ ਦੇ ਨਾਲ ਐਸੋਸੀਏਟ ਕਰਦੇ ਨੇ, ਸਾਨੂੰ ਉਹ ਰੈਡੀਕਲ ਇਸਲਾਮਿਕ ਜਿਹੜੀ ਜਿੰਨੇ ਵੀ ਉੱਥੇ ਟੈਰਰਿਜ਼ਮ ਨੇ ਉਹਨਾਂ ਦੇ ਨਾਲ ਜਿਹੜੇ ਨੇ ਸਾਨੂੰ ਐਸੋਸੀਏਟ ਕਰਦੇ ਨੇ। ਉਹ ਉਹਨਾਂ ਦੇ ਇੱਕ ਜ਼ਹਿਨ 'ਚ ਬੈਠਾ ਹੋਇਆ। ਠੀਕ ਹੈ ਨਾ। ਹਾਂ, ਅੱਜ ਸਵੇਰੇ ਮੈਂ ਇੱਕ ਨੂੰ ਪੁੱਛਿਆ, ਮੈਂ ਕਿਹਾ ਵੀ ਉਹ ਕਿਤੇ ਗਏ ਹੋਏ ਸੀ, ਉਹ ਕਹਿੰਦੇ ਵੀ ਮੈਂ ਵੀ ਫਿਸ਼ਰਸ ਤੋਂ, ਮੈਂ ਵੀ ਫਿਸ਼ਰਸ ਤੋਂ ਹੈਗਾ ਇੱਥੇ ਵੀ ਇੰਡੀਅਨਾਪੋਲਿਸ ਤੋਂ। ਕਹਿੰਦੇ ਹਾਂ ਮੈਂ ਤਾਂ ਜਿਹੜੀ ਤੁਹਾਡੀ ਮਾਸਕ ਨਹੀਂ ਬਣੀ ਨਵੀਂ, ਮੈਂ ਉਹਦੇ ਨਾਲ ਹੀ ਮੇਰਾ ਘਰ ਹੈ। तो मैं क्या हाउ डू यू नो दैट्स माई मास्क? कहते आई थॉट यू आर ए मुस्लिम। मतलब कि ये नहीं कि कोई ही वाज नॉट, मतलब कि ये नहीं कि कोई ਉਹਨਾਂ ਨੂੰ मतलब कि ਜਦੋਂ ਉਹ ਦੇਖਦੇ ਨੇ ਉਹਨਾਂ ਨੂੰ ਫਰਕ ਨਹੀਂ ਪਤਾ, ਉਹਨਾਂ ਫਰਕ ਨਹੀਂ ਪਤਾ। ਉਹ ਕਿਉਂ? ਉਹਦਾ ਰੀਜ਼ਨ ਹੈ
कि सिख ने ਅਸੀਂ ਸਿੱਖ ਹਾਂ ਸਾਡੇ ਬਾਰੇ ਉਹਨਾਂ ਨੂੰ ਬਹੁਤ ਘੱਟ ਨੌਲੇਜ ਹੈ। ਪਰ ਬਹੁਤ ਸਾਰੀਆਂ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਨੇ ਜੋ ਇਸ ਬਾਰੇ ਕੰਮ ਵੀ ਕਰ ਰਹੀਆਂ ਨੇ ਕਿ ਲੋਕਾਂ ਨੂੰ ਪਤਾ ਚੱਲੇ ਕਿ ਅਸੀਂ ਕੌਣ ਆ, ਕਿਵੇਂ ਉਹ ਫਰਕ ਸਮਝਣ। ਪਰ ਤੁਹਾਨੂੰ ਕੀ ਲੱਗਦਾ ਫਿਰ ਉਹ ਯਾਨੀ ਕਿ ਜਿਹੜੀਆਂ ਕੋਸ਼ਿਸ਼ਾਂ ਨੇ ਘੱਟ ਨੇ, ਹਾਲੇ ਵੀ ਸਾਨੂੰ ਹੋਰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ? ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਬਹੁਤ ਵਧੀਆ ਹੋ ਰਹੀਆਂ ਨੇ। ਉਹਦਾ ਇੱਕ ਮੇਨ ਕਾਰਨ ਇਹ ਹੈਗਾ ਕਿ ਅਮਰੀਕਾ ਦੇ ਵਿੱਚ ਜਦੋਂ ਸਿੱਖ ਆਏ 100 ਸਾਲ ਹੋ ਗਏ ਨੇ ਸਿੱਖਾਂ ਨੂੰ ਆਏ, ਰਾਈਟ। ਲੇਕਿਨ ਉਹਦੇ ਵਿੱਚ ਸਿੱਖਾਂ ਨੇ ਦਾ ਇੱਕੋ ਹੀ ਮਕਸਦ ਸੀਗਾ, ਅਸੀਂ ਫਾਈਨੈਂਸ਼ਲੀ ਕਾਮਯਾਬ ਹੋਣਾ ਹੈ ਔਰ ਉਹਨਾਂ ਦਾ ਕੰਮ ਸਿਰਫ ਇੱਕੋ ਹੀ ਸੀਗਾ, ਸਰਮਾਏ ਦੇ ਪਿੱਛੇ ਲੱਗਣਾ ਹੈ, ਸਰਮਾਇਆ ਇਕੱਠਾ ਕਰਨਾ ਹੈ। ਪ੍ਰਾਇਓਰਟੀ ਵਾਸ ਨੈਵਰ ਕਿ ਤੁਹਾਡੀ ਜਿਹੜੀ ਆਪਣੀ ਆਇਡੈਂਟੀਟੀ ਹੈ ਉਹਨੂੰ ਅਸੀਂ ਕਾਇਮ ਕਰਨਾ ਹੈ। ਉਹ ਯਾਨੀ ਕਿ ਤੁਸੀਂ ਸੋਚਦੇ ਹੋ ਕਿ ਪਿਛਲੇ 20-30 ਸਾਲਾਂ 'ਚ ਸ਼ੁਰੂ ਹੋਈ ਹੈ? ਪਿਛਲੇ 20 ਉਹ ਵੀ ਉਦੋਂ ਹੋਈ ਹੈ ਜਦੋਂ 9/11 ਤੋਂ ਬਾਅਦ ਜਦੋਂ ਸਿੱਖ ਕਮਿਊਨਿਟੀ ਨੂੰ ਢਾਹ ਲੱਗੀ ਹੈ, ਸਿੱਖ ਕਮਿਊਨਿਟੀ ਨੂੰ ਬੈਕਲੈਸ਼ ਹੋਇਆ, ਸਿੱਖ ਕਮਿਊਨਿਟੀ ਨੂੰ ਜਦੋਂ ਵਿਕਟਮਾਈਜ਼ ਹੋ ਗਈ ਹੈ ਨਾ, ਹਾਂਜੀ, ਅਸੀਂ ਤਾਂ ਉਹ ਇੱਕ ਤਾਂ ਉਹ ਕੀਤਾ। ਦੂਸਰਾ ਸਿੱਖ ਕਮਿਊਨਿਟੀ ਨੇ ਜਿਹੜਾ ਇੱਥੇ ਸਹੀ ਨਹੀਂ ਕੀਤਾ ਉਹ ਇਹ ਗੱਲ ਹੋਈ ਹੈ ਵਰਮਾਨੀ ਜੀ, ਮੈਂ ਦੱਸਣਾ ਚਾਹੁੰਦਾ ਕਿ ਅਸੀਂ ਜ਼ਿਆਦਾ ਆਏ ਹਾਂ ਜਦੋਂ 84 ਦਾ ਸਿੱਖ ਜੈਨੋਸਾਈਡ ਹੋਇਆ ਜੀ, ਉਸ ਤੋਂ ਬਾਅਦ ਸਿੱਖ ਕਮਿਊਨਿਟੀ ਜ਼ਿਆਦਾ ਅਮਰੀਕਾ 'ਚ ਆਈ। ਅਸੀਂ ਆਪਣੇ ਆਪ ਨੂੰ ਕੀ ਕੀਤਾ ਕਿ ਅਸੀਂ ਅਮਰੀਕਨ ਗਵਰਨਮੈਂਟ ਦੇ ਸਾਹਮਣੇ, ਅਮਰੀਕਨ ਮੀਡੀਆ ਦੇ ਸਾਹਮਣੇ ਜਾਂ ਅਮਰੀਕਨ ਲੋਕਾਂ ਦੇ ਸਾਹਮਣੇ ਅਸੀਂ ਆਪਣੇ ਆਪ ਨੂੰ ਇਹ ਪੇਸ਼ ਕੀਤਾ ਕਿ ਵੀ ਆਰ ਦੇ ਵਿਕਟਮ। ਹੁਣ ਮੰਨ ਲਓ ਮੈਂ ਕਹਾਂ ਜੀ ਵਰਮਾਨੀ ਜੀ ਮੈਨੂੰ ਤਾਂ ਬੜੇ ਛਿੱਤਰ ਪੈ ਰਹੇ ਨੇ ਜੀ, ਤੁਸੀਂ ਕੀ ਕਹੋਗੇ ਵੀ ਕੋਈ ਯੂ ਫੀਲ ਪੀਟੀ? ਬਿਲਕੁਲ ਬਿਲਕੁਲ। ਤੇ ਜੇ ਮੈਂ ਕਹਾਂ ਵਰਮਾਨੀ ਜੀ ਮੈਂ ਉਸ ਕੌਮ ਦੇ ਨਾਲ ਤਾਲੁਕਾਤ ਰੱਖਣਾ ਵਾ, ਅਸੀਂ ਬੜੇ ਵੱਡੇ ਐਡਮਿਨਿਸਟ੍ਰੇਟਰ ਹਾਂ, ਅਸੀਂ ਅੰਗਰੇਜ਼ ਜਦੋਂ ਬਈ ਜਦੋਂ ਬ੍ਰਿਟਿਸ਼ ਹੁਕੂਮਤ ਸੀਗੀ ਉਦੋਂ 40% ਜਿਹੜਾ ਐਡਮਿਨਿਸਟ੍ਰੇਸ਼ਨ ਸੀ ਸਿੱਖ ਸੀਗਾ, ਕੋਈ 50% ਤੋਂ ਵੀ ਵੱਧ ਜਿਹੜਾ ਸੀ ਫੌਜ 'ਚ ਸੀਗਾ। ਜੇ ਅਸੀਂ ਇਫ ਵੀ ਮੈਂ ਅੱਜ ਤੁਹਾਨੂੰ ਫਾਰ ਐਗਜ਼ਾਮਪਲ ਪੋਜ਼ਿਟਿਵਿਟੀ ਅੱਗੇ ਲੈ ਕੇ ਆਉਣੀ ਚਾਹੀਦੀ, ਜੇ ਤੁਹਾਨੂੰ ਅਸੀਂ ਵੈਲਿਊ ਕ੍ਰੀਏਟ ਕਰਦੇ ਡੇ 1 ਤੋਂ ਹੁਣ ਵੀ, ਮੈਂ ਕਹਿੰਦਾ ਵੀ ਇਟਸ ਅ ਸ਼ੇਮ ਔਨ ਦ ਸਿੱਖ ਜਿਹੜੇ ਹਜੇ ਵੀ ਆਪਣੇ ਆਪ ਨੂੰ ਇੱਥੇ ਵਿਕਟਮਾਈਜ਼ ਕਰੀ ਜਾਣਾ ਜੀ, ਸਾਨੂੰ ਜੀ ਛਿੱਤਰ ਪਏ ਸਨ ਜੀ, ਸਾਨੂੰ ਆਹ ਹੋਇਆ ਜੀ, ਸਾਨੂੰ ਵਾਹ ਹੋਇਆ ਜੀ, ਮਤਲਬ ਫੋਰਗੇਟ ਅਬਾਊਟ ਇਟ। ਤੁਸੀਂ ਯੂ ਕ੍ਰੀਏਟ ਵੈਲਿਊ। ਜਿੰਨਾ ਚਿਰ ਤੱਕ ਅਸੀਂ ਕਿਸੇ ਕੋਲ ਵੈਲਿਊ ਨਹੀਂ ਕ੍ਰੀਏਟ ਕਰਾਂਗੇ ਤੇ ਉਹਨਾਂ ਚਿਰ ਤੱਕ ਸਾਨੂੰ ਕੁਝ ਵੀ ਨਹੀਂ ਦੇਗਾ। ਵਿਲ ਗੈਟ ਪੀਟੀ। ਮਤਲਬ ਕਿ ਅਸੀਂ 84 ਦੇ ਜੈਨੋਸਾਈਡ ਤੋਂ ਬਾਅਦ ਅਮਰੀਕਾ 'ਚ ਜਿਹੜਾ ਵੀ ਸਿੱਖ ਹੈ ਉਹ ਉਹਨਾਂ ਨੇ ਇੱਕ ਦੱਸ ਰਿਹਾ ਜੀ, ਅਸੀਂ ਤਾਂ ਹੁਣ ਜਿੱਥੇ ਤੁਸੀਂ ਨਗਰ ਕੀਰਤਨ ਹੋ ਰਹੇ ਨੇ ਉੱਥੇ ਤੁਸੀਂ ਸ਼ੋਕੇਸ ਇਹ ਕਰਨਾ ਕਿ ਸਾਡੀ ਸਟਰੈਂਥ ਕੀ ਹੈ, ਸਾਡਾ ਮਤਲਬ ਕਿ ਸ਼ਹਿਰ 'ਚ ਬਿਜ਼ਨਸ ਕਿੰਨੇ ਨੇ, ਕਿੰਨੇ ਹਜ਼ਾਰ ਮਿਲੀਅਨ ਦਾ ਹੋ ਰਿਹਾ। ਜਦੋਂ ਤੁਸੀਂ ਮੰਨ ਲਓ ਕੋਈ ਮੀਡੀਆ ਵਾਲੇ ਆਉਂਦੇ ਤੁਸੀਂ ਕਹੋ ਜੀ ਵੀ ਆਰ, ਮਤਲਬ ਕਿ ਹੁਣ ਇਸ ਟਾਈਮ ਇੰਡੀਆਨਾ ਸਟੇਟ ਦੇ ਵਿੱਚ ਕਮ ਸੇ ਕਮ ਵੀ 6 ਬਿਲੀਅਨ ਵਿਦ ਬਿਲੀਅਨ ਡਾਲਰ ਦੀ ਜਿਹੜੀ ਐਸੈਟਸ ਨੇ ਆਪਣੇ ਸਿੱਖਾਂ ਦੇ ਨੇ। ਕਦੀ ਅਸੀਂ ਤੁਸੀਂ ਪੜ੍ਹਿਆ ਕਿਤੇ, ਕਦੀ ਤੁਸੀਂ ਦੱਸਿਆ ਕਿਤੇ? ਨੋ। ਅਸੀਂ ਕਹਿੰਦੇ ਜੀ ਜਦੋਂ ਵੀ ਕਿਤੇ ਨਗਰ ਕੀਰਤਨ ਹੁੰਦਾ ਅਸੀਂ ਆਪਣੀਆਂ ਫੋਟੋਆਂ ਲਾ ਕੇ ਸਾਰੀਆਂ 84 ਦੇ ਦੰਗਿਆਂ ਦੀਆਂ, ਸਾਰਾ 84 ਦੇ ਕਤਲੇਆਮ ਦੀ ਕਹਿੰਦੇ ਜੀ ਅਸੀਂ ਤਾਂ ਵਿਕਟਮਾਈਜ਼ ਹਾਂ, ਸਾਨੂੰ ਤਾਂ ਛਿੱਤਰ ਮਾਰਨੇ ਨੇ ਜੀ, ਇੰਡੀਆ ਛਿੱਤਰ ਮਾਰਦਾ, ਢੱਠੇ ਕੂਚ ਪਏ ਇੰਡੀਆ। ਜੇ ਠੀਕ ਹੈ ਨਾ, ਜੇ ਮੰਨ ਲਓ ਜੇ ਅਸੀਂ ਅਮਰੀਕਾ ਦੇ ਵਿੱਚ ਜੇ ਸਿੱਖ ਪਾਵਰਫੁਲ ਹੈ, ਜੇ ਸਿੱਖ ਮੰਨ ਲਓ ਸਿੱਖ ਦਾ ਸਰਮਾਇਆ, ਜੇ ਮੰਨ ਲਓ ਇੱਥੇ ਤੁਹਾਨੂੰ ਪਤਾ 4-5 ਮਿਲੀਅਨ ਡਾਲਰ ਲਾ ਕੇ ਤੁਸੀਂ ਤੁਹਾਨੂੰ ਕੈਬਨਿਟ ਮੰਤਰੀ ਦੀ ਪੋਜੀਸ਼ਨ ਦੇ ਦਿੰਦੇ ਨੇ ਹੈ, ਜੇ ਤੁਸੀਂ ਸਿੱਖਾਂ ਦਾ ਸਰਮਾਇਆ ਲੱਗਾ ਹੋਏ, ਮੈਂ ਕਹਿੰਦਾ ਵੀ ਜਿਸ ਤਰ੍ਹਾਂ ਹੁਣ ਮਤਲਬ ਕਿ ਯਾਨੀ ਕਿ ਪੈਸਾ ਖਰਚ ਕਰੋ, ਇੱਕ ਜਗ੍ਹਾ ਸੋਹਣੀ ਜਗ੍ਹਾ ਪੋਜੀਸ਼ਨ ਤੇ ਔਰ ਆਪਣੇ ਆਪ ਨੂੰ ਦੱਸੋ ਕਿ ਅਸੀਂ ਕੀ ਉਪਲਬਧੀਆਂ ਹਾਸਲ ਕੀਤੀਆਂ। ਮੈਂ ਕਹਿੰਦਾ ਪੋਜੀਸ਼ਨ ਦੀ ਵੀ ਨਹੀਂ ਲੋੜ ਨਹੀਂ ਤੁਹਾਨੂੰ, ਜਦੋਂ ਤੁਹਾਡੇ ਮਤਲਬ ਕਿ ਇਸ ਟਾਈਮ ਕਮ ਸੇ ਕਮ 100 ਬਿਲੀਅਨ ਡਾਲਰ ਦੇ ਮਾਲਕ ਨੇ ਪੂਰੇ ਸਿੱਖ ਪੂਰੇ ਅਮਰੀਕਾ ਦੇ, ਹੈ ਨਾ। ਤੇ ਜੇ ਸਾਡਾ ਉੱਥੇ ਕੋਈ 50 ਮਿਲੀਅਨ ਲੱਗਾ ਹੋਏ ਪ੍ਰੈਜ਼ੀਡੈਂਟ ਦੇ ਇਲੈਕਸ਼ਨ 'ਚ, ਤੇ ਪ੍ਰੈਜ਼ੀਡੈਂਟ ਮੈਂ ਕਹਿੰਦਾ ਵੀ ਜਦੋਂ ਕਿਤੇ ਪੂਰੇ ਵਰਲਡ ਦੇ ਵਿੱਚ ਸਿੱਖ ਕਿਤੇ ਨਿਸ਼ ਵੀ ਮਾਰੇ ਤਾਂ ਵੀ ਪ੍ਰੈਜ਼ੀਡੈਂਟ ਹਰਕਤ ਕਰੇਗਾ। ਪਰ ਕਿਤੇ ਨਾ ਕਿਤੇ ਅਸੀਂ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਆਪਣੀਆਂ ਉਪਲਬਧੀਆਂ ਹਾਸਲ ਕਰਨੀਆਂ ਚਾਹੀਦੀਆਂ, ਅਸੀਂ ਥਾਂ ਤੇ ਦੇਖ ਰਹੇ ਹਾਂ ਕਿ ਨਵੇਂ ਗੁਰਦੁਆਰਾ ਸਾਹਿਬ ਬਣ ਰਹੇ ਨੇ, ਬਦਲਾਖੋਰੀ ਦੀ ਨੀਤੀਆਂ ਉੱਥੇ ਹੋ ਰਹੀਆਂ ਨੇ, ਸਿਆਸਤ ਕੀਤੀ ਜਾ ਰਹੀ ਹੈ ਗੁਰਦੁਆਰੇ ਸਾਹਿਬਾਨਾਂ ਵਿੱਚ ਵੀ। ਕੀ ਇਸ ਨੂੰ ਤੁਸੀਂ ਜਾਇਜ਼ ਸਮਝਦੇ ਹੋ? ਕਿਉਂਕਿ ਗੁਰਦੁਆਰੇ ਸਾਹਿਬਾਨਾਂ ਵਿੱਚ ਵੀ ਜਿਹੜੀ ਧੜੇਬਾਜ਼ੀ ਹੈ ਬਹੁਤ ਜ਼ਿਆਦਾ ਬਾਹਰ ਆ ਰਹੀ ਹੈ। ਦੇਖੋ ਜੀ, ਦੇਖੋ ਜਿਹੜਾ ਇਸ ਗੱਲ ਨੂੰ ਸਹੀ ਮੰਨਦੇ ਹੋ ਨਹੀਂ ਮੰਨਦੇ ਹੋ? ਦੇਖੋ ਇੱਦਾਂ ਹੈਗਾ, ਉਹਦਾ ਵੀ ਕਾਰਨ ਹੈ ਕਿਉਂਕਿ ਜਿੰਨੇ ਵੀ ਗੁਰਦੁਆਰੇ ਨੇ ਨਾ ਉਹ 'ਚ ਕੋਈ ਸਮਝਦਾਰ ਬੰਦਾ ਕੋਈ ਨਹੀਂ। ਜਿੰਨੇ ਵੀ ਪਿੰਡਾਂ ਦੇ ਛੋਟੇ ਘੁੱਟ ਬੰਦੇ ਸਨ ਨਾ, ਜਿਹੜੇ ਬੰਦਿਆਂ ਨੇ ਉੱਥੇ ਇੰਡੀਆ 'ਚ ਸਰਪੰਚ ਬਣਨਾ ਸੀ ਨਾ, ਉਹ ਸਰਪੰਚ ਹੀ ਨਹੀਂ ਬਣ ਸਕੀ। ਇੱਥੇ ਹੁਣ ਮੰਨ ਲਓ ਆਇਆ ਕੋਈ ਬੰਦਾ ਆਇਆ ਹਾਈ ਸਕੂਲ ਫੇਲ ਹੈ, ਇੱਥੋਂ ਆਇਆ ਬਾਰਡਰ ਟੱਪ ਕੇ ਆ ਗਿਆ, ਉਹਨੇ ਮਿਹਨਤ ਕੀਤੀ, ਤੁਹਾਨੂੰ ਦੱਸਿਆ ਨਾ ਉਹ ਮਿਹਨਤੀ ਜਨੂਨੀ ਆਦਮੀ ਹੈ। ਜਿਹੜਾ ਬੰਦਾ ਬਾਰਡਰ ਟੱਪ ਸਕਦਾ ਮਤਲਬ ਕਿ ਸਿਰ ਤਲੀ ਤੇ ਰੱਖ ਆਇਆ ਉਹ ਜੁਰਤ ਵਾਲਾ ਆਦਮੀ ਹੈ, ਇੱਕ ਤਾਂ ਦਲੇਰ ਆਦਮੀ ਹੈ, ਲੇਕਿਨ ਉਹਨੂੰ ਸਮਝ ਕੋ ਨਹੀਂ। ਉਹਨੇ ਕੀ 5-4 ਗੈਸ ਸਟੇਸ਼ਨ ਬਣ ਗਏ, ਹੁਣ ਲੱਗਦਾ ਯਾਰ ਮੇਰੇ ਕੋਲ ਗੈਸ ਸਟੇਸ਼ਨ ਬੜੇ ਹੋ ਗਏ ਨੇ ਜਾਂ ਮੇਰੇ ਕੋਲ ਬਿਜ਼ਨਸ ਬੜਾ ਹੋ ਗਿਆ, ਹੁਣ ਮੈਨੂੰ ਯਾਰ ਮੇਰੀ ਕੋਈ ਵਾਹ ਨਹੀਂ ਕਰਦਾ। ਘਰ ਵੀ ਵੱਡਾ ਬਣਾ ਲੈਂਦੇ ਨੇ, ਗੱਡੀ ਵੱਡੀ ਲੈ ਲੈਂਦੇ ਨੇ, ਫਿਰ ਕਹਿੰਦੇ ਯਾਰ ਗੁਰਦੁਆਰਾ ਪ੍ਰਧਾਨ ਬਣੀਏ। ਫਿਰ ਉੱਥੇ ਮਤਲਬ ਕਿ ਜਿਹੜੇ ਬੰਦਿਆਂ ਨੇ ਵਿਚਾਰਿਆਂ ਨੇ ਜਿਨ੍ਹਾਂ ਨੇ ਉੱਥੇ ਸਰਪੰਚ ਬਣ ਕੇ ਉੱਥੇ ਇੱਕ ਦੂਜੇ ਨੂੰ ਛਿੱਤਰ ਮਾਰਨੇ ਹਨ, ਉਹ ਇੱਥੇ ਗੁਰਦੁਆਰੇ ਛਿੱਤਰ ਮਾਰਦੇ ਪਏ ਨੇ। ਦੈਟਸ ਇਟ। ਕੀ
ਕੀ ਇਹ ਸਮਾਂ ਕਦੀ ਬਦਲੇਗਾ? ਸਮਾਂ ਬਦਲੇਗਾ, ਚੰਗੇ ਬੰਦੇ ਮਿਲਣਗੇ, ਕਿਉਂਕਿ ਅਸੀਂ ਦੇਖਦੇ ਹਾਂ ਕਿ ਗੁਰਦੁਆਰਾ ਸਾਹਿਬਾਨਾਂ ਵਿੱਚ ਪਗੜੀਆਂ ਵਿਛਾਲੀਆਂ ਜਾਂਦੀਆਂ, ਦੇਖੋ ਗੁਰਦੁਆਰਿਆਂ 'ਚ ਤਾਂ ਇਹਨਾਂ ਨੇ ਸਿੱਖਾਂ ਨੇ ਆਪਣੀਆਂ ਇੱਦਾਂ ਹੀ ਛਿੱਤਰੋ ਛਿੱਤਰੀ ਹੁੰਦੇ ਹੀ ਰਹਿਣਾ, ਕਿਉਂਕਿ ਗੁਰਦੁਆਰੇ 'ਚ ਉਹੀ ਬੰਦੇ ਨੇ ਜਿਹੜੇ ਕਿ ਦੇਖੋ ਜਿੰਨੇ ਚਿਰ ਤੱਕ ਬਾਰਡਰ ਰਹਿਣਾ ਤੇ ਬਾਰਡਰ ਟੱਪ ਕੇ ਆਉਣਾ। ਗੁਰਦੁਆਰਿਆਂ 'ਚ ਤੁਸੀਂ ਜਦੋਂ ਵੀ ਜਾਂਦੇ ਹੋ ਨਾ, ਮੈਜੋਰਟੀ ਉਹ ਲੋਕ ਨੇ ਜਿਹੜੇ ਹੁਣ ਆਏ ਨੇ, ਜਿਹੜੇ ਮੰਨ ਲਓ ਸਾਡੇ ਜਿਹੜੇ ਬੱਚੇ ਨੇ ਉਹ ਗੁਰਦੁਆਰੇ ਟੁੱਟ ਕੇ ਸਮਝ ਲਓ, ਉਹ ਕਹਿੰਦੇ ਵੀ ਯਾਰ ਇਹਨਾਂ ਦੇ ਇੱਥੇ ਇੱਕ ਦੂਜੇ ਨੂੰ ਬੇਇੱਜ਼ਤੀ ਕਰਦੇ ਨੇ, ਠੀਕ ਹੈ ਨਾ। ਹੁਣ ਉਹ ਜਿਹੜੇ ਬੱਚੇ ਨੇ ਉਹ ਮੇਨ ਸਟਰੀਮ ਚਲੇ ਗਏ ਨੇ, ਉਹ ਆਪਣੇ ਨੂੰ ਇਹ ਵੀ ਨਹੀਂ ਕਹਿੰਦੇ ਵੀ ਅਸੀਂ ਸਿੱਖਾਂ ਵਾਸਤੇ ਕਰ ਰਹੇ ਹਾਂ, ਕਿਉਂਕਿ ਉਹਨਾਂ ਦਾ ਸੋਚ ਵੱਧ ਗਈ, ਉਹ ਕਹਿੰਦੇ ਵੀ ਵੀ ਵਿਲ ਵਰਕ ਫॉर ਹਿਊਮੈਨਿਟੀ, ਰਾਈਟ, ਠੀਕ ਹੈ ਨਾ। ਤਾਂ ਇਸ ਕਰਕੇ ਗੁਰਦੁਆਰੇ ਦੀ ਜਿਹੜੀ ਰਾਜਨੀਤੀ ਹੈ ਜਾਂ ਗੁਰਦੁਆਰੇ ਜਿਹੜੇ ਲੜਾਈ ਝਗੜੇ ਨੇ ਇਹ ਇੱਦਾਂ ਹੀ ਰਹਿਣੇ ਜੇ, ਕਿਉਂਕਿ ਗੁਰਦੁਆਰਿਆਂ 'ਚ ਝੋਟੇ ਕੋਟ ਜਿਹੜੇ ਨੇ ਨਾ, ਜਿਹੜੇ ਧੂਤੇ ਨੇ, ਉਹਨਾਂ ਨੇ ਆਉਂਦੇ ਰਹਿਣਾ। ਯਾਨੀ ਕਿ ਇਹ ਗੁਰਦੁਆਰਿਆਂ ਵਿੱਚ ਵੀ ਜਿਹੜਾ ਯੂਥ ਹੈ ਉਹ ਅੱਗੇ ਨਹੀਂ ਆ ਰਿਹਾ, ਮੈਨੇਜਮੈਂਟ ਨਹੀਂ ਸੰਭਾਲਣ ਲਈ ਆ ਰਿਹਾ, ਕਿਉਂਕਿ ਯੂਥ ਆ ਨਹੀਂ ਰਿਹਾ, ਯੂਥ ਗੁਰਦੁਆਰੇ 'ਚ ਵੜ ਹੀ ਨਹੀਂ ਰਿਹਾ। ਕਿਉਂਕਿ ਦੇਖੋ ਗੁਰੂ ਸਾਹਿਬ ਨੇ ਕਿਹਾ ਸੀਗਾ ਨਿਮਰਤਾ ਜੀ, ਤੇ ਉਸ ਤੇ ਗੁਰਦੁਆਰੇ 'ਚ ਇੰਨੇ ਜਿਹੜੇ ਵੀ ਗੁਰਦੁਆਰੇ ਦੇ ਪ੍ਰਧਾਨ ਇੰਨੀ ਉਹਨਾਂ 'ਚ ਹਉਮੈ ਆ, ਮਤਲਬ ਕੋਚ ਤੇ ਇੰਨੇ 'ਚ ਹੁੰਦੇ ਨੇ ਕਿ ਅੱਜ ਮੈਨੂੰ ਨਹੀਂ ਪਹਿਲੀ ਵਾਰੀ ਖੜਾ ਕੀਤਾ, ਮੈਂ ਨਹੀਂ ਬੋਲ ਸਕਿਆ, ਉਹ ਨਹੀਂ ਬੋਲ ਸਕਿਆ, ਚਮਕਾਣਾ ਨਹੀਂ ਸਕਿਆ, ਵਾਹ ਨਹੀਂ ਸਕਿਆ, ਚਮਕਾਣਾ ਇੱਦਾਂ ਹੋ ਸਕਿਆ। ਹਾਂ ਇੱਦਾਂ ਮੈਂ ਕਹਿੰਦਾ, ਮੈਂ ਲਿਖ ਕੇ ਦਿੰਦਾ, ਫੋਰਗੇਟ ਫॉर द ਗੁਰਦੁਆਰਿਆਂ 'ਚ ਤੇ ਇੱਦਾਂ ਹੀ ਚਿੱਤਰਖਾਨੇ ਹੋਣੇ ਨੇ। ਗੁਰਦੁਆਰਾ ਜਸਟ ਮੇਰੀ ਗੱਲ ਸੁਣੋ, ਗੁਰੂ ਤੇ ਅੰਦਰ ਬੈਠਾ, ਠੀਕ ਹੈ ਨਾ, ਉੱਥੇ ਕਿ ਬਸ ਜਾਂਦੇ ਨੇ ਹਾਓ ਕਰਕੇ, ਤੇ ਕੋਈ ਤਾਂ ਮਤਲਬ ਆਪਣਾ ਜਾਂਦੇ ਨੇ ਪਕੌੜੇ ਖਾਣ, ਤੇ ਕੋਈ ਜਾਂਦੇ ਨੇ ਆਪਣਾ ਚੌਧਰ ਕਰਨ ਜੀ, ਦੈਟਸ ਇਟ। ਸੋ ਕਦੀ ਤੁਹਾਨੂੰ ਲੱਗਦਾ ਸਮਾਂ ਬਦਲੇਗਾ? ਗੁਰਦੁਆਰੇ 'ਚ ਕਦੀ ਨਹੀਂ ਬਦਲ ਸਕਦਾ। ਹਾਂ, ਕਿ ਯੂਥ ਨੂੰ ਸਮਝ ਆਏਗੀ ਕਿ ਨਹੀਂ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਇਹ ਗਲਤ ਹੋ ਰਹੀਆਂ ਨੇ, ਅਸੀਂ ਅੱਗੇ ਵੱਧ ਕੇ ਇਹਨਾਂ ਚੀਜ਼ਾਂ ਨੂੰ ਠੀਕ ਕਰਨਾ। ਯੂਥ ਨੂੰ ਸਭ ਤੋਂ ਵੱਡੀ ਨਫ਼ਰਤ ਸਿੱਖ ਯੂਥ ਤੋਂ ਸਾਡੇ ਵਰਗੇ ਸਿੱਖਾਂ ਤੇ ਇਹੀ ਹੈ ਵੀ ਅਸੀਂ ਜਿਹੜੇ ਆ ਹਿਪੋਕਰੇਟ ਆ। ਅਸੀਂ ਕਹਿੰਦੇ ਤੇ ਆ ਵੀ ਗੁਰੂ ਸਾਹਿਬ ਨੇ ਕਿਹਾ ਸਰਬ ਸਾਂਝੀ ਵਾਰਤਾ, ਗੁਰੂ ਸਾਹਿਬ ਨੇ ਕਿਹਾ ਵੀ ਹਉਮੈ ਨਹੀਂ ਰੱਖਣੀ, ਤੇ ਸਭ ਤੋਂ ਜ਼ਿਆਦਾ ਹਉਮੈ ਕਰਨੇ ਆ ਜੀ, ਤੇ ਦੈਟਸ ਇਟ। ਤੇ ਉੱਥੇ ਜਿਹੜਾ ਪੜ੍ਹੇ ਲਿਖਿਆ ਬੰਦਾ, ਤੁਸੀਂ ਮੈਨੂੰ ਦੱਸੋ ਵੀ ਕੋਈ ਰੇਅਰਲੀ ਜਿਹੜਾ ਕੋਈ ਪੜ੍ਹੇ ਲਿਖੇ ਬੰਦਾ ਨੇ ਸਮਝੇ ਵੀ ਮੈਂ ਗੁਰੂ ਦਾ ਨਾਂ ਲੈਣਾ ਤੇ ਗੁਰੂ ਤਾਂ ਮੇਰੇ ਅੰਦਰ ਹੀ ਬੈਠਾ, ਤੇ ਮੈਂ ਆਪਣਾ ਜਿਹੜਾ ਮੈਨੂੰ ਕਿਸੇ ਵਿੱਚ ਉਹ ਵੀ ਨਹੀਂ ਲੋੜ ਹੈਗੀ ਵੀ ਉਹਨੇ ਜਿਹੜੀ ਅਰਦਾਸ ਕਰਨੀ ਖੁਦ ਗੁਰੂ ਸਾਹਿਬ ਨੇ ਕਰ ਲੈਣੀ। ਉਹਨਾਂ ਦਾ ਕੋਈ ਮਤਲਬ ਕਿ ਗੁਰੂ ਸਾਹਿਬ ਨੂੰ ਤਾਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਜਿਹੜਾ ਗੁਰਦੁਆਰਾ ਇਹ ਸਵਾਏ ਲੜਾਈ ਝਗੜੀ ਦੇ ਇਹਨਾਂ ਦਾ ਮਤਲਬ ਸਿਸਟਮ ਹੈਗਾ, ਉਹਦੇ ਨਾਲ ਸਗੋਂ ਸਾਡੀ ਬੇਇੱਜ਼ਤੀ ਹੁੰਦੀ ਪਈ ਹੈ ਸਾਡੀ। ਸਗੋਂ ਜਿਹੜਾ ਅਮਰੀਕਨ ਮੀਡੀਆ ਹੁਣ ਇੱਥੇ ਇਹਨਾਂ ਨੇ ਗ੍ਰੀਨਵੁੱਡ ਗੁਰਦੁਆਰੇ 'ਚ ਇਹਨਾਂ ਨੇ ਪੱਗਾਂ ਲਾਈਆਂ ਇੱਕ ਦੂਜੇ ਦੀਆਂ, ਹੈਂ। ਉਸ ਤੋਂ ਬਾਅਦ ਕਹਿੰਦੇ ਜੀ ਮੀਡੀਆ ਕਿਵੇਂ ਆ ਗਿਆ, ਉਹ ਨਹੀਂ ਹੋ ਗਿਆ। ਕਈ ਕਹਿੰਦੇ ਜੀ ਇਹ ਖਾਲਸੇ ਨੇ ਦੱਸਿਆ। ਜੇ ਤੁਸੀਂ ਉਹਦੇ ਕੋਈ ਗਲਤ ਕੰਮ ਕਰੋਗੇ ਤਾਂ ਮੀਡੀਆ ਕੋ ਮੈਨੂੰ ਪੁੱਛ ਕੇ ਜਾ ਰਿਹਾ ਜਾਂ ਪੁਲਿਸ ਮੈਨੂੰ। ਚਲੋ ਬਹੁਤ ਵਧੀਆ ਤੁਹਾਡੇ ਨਾਲ ਗੱਲਾਂ ਬਾਤਾਂ ਹੋਈਆਂ, ਬਹੁਤ ਖੁੱਲ੍ਹ ਕੇ ਬਹੁਤ ਬੇਬਾਕੀ ਨਾਲ ਤੁਸੀਂ ਹਰ ਸਵਾਲ ਦਾ ਜਿਹੜਾ ਜਵਾਬ ਦਿੱਤਾ। ਸੋ ਇਸੇ ਕਰਕੇ ਅਸੀਂ ਆਪਣੇ ਪ੍ਰੋਗਰਾਮ ਦਾ ਖਾਸ ਮਕਸਦ ਵੀ ਇਸ ਕਰਕੇ ਰੱਖਿਆ ਹੋਇਆ ਤਾਂ ਜੋ ਤੁਹਾਡੇ ਵਰਗੇ ਸਿੱਖ ਜਿਹੜੇ ਅੱਗੇ ਆਉਣ, ਤਾਂ ਜੋ ਬਹੁਤ ਦਲੇਰੀ ਨਾਲ ਬਹੁਤ ਬੇਬਾਕੀ ਨਾਲ ਸਾਡੇ ਨਾਲ ਗੱਲਾਂ ਬਾਤਾਂ ਕਰਨ, ਔਰ ਅਸੀਂ ਲੋਕਾਂ ਨੂੰ ਵੀ ਦੱਸ ਸਕੀਏ ਕਿ ਆਖਰ ਸਿੱਖਾਂ ਦਾ ਮੁਕਾਮ ਕਿਸ ਤਰ੍ਹਾਂ ਉੱਚਾ ਕੀਤਾ ਜਾ ਸਕਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਇੱਕ ਮਾੜੀ ਇੱਕ ਹੋਰ ਜੀ ਹਾਂ ਮੈਂ ਇਹ ਐਡ ਕਰਨਾ ਚਾਹੁੰਦਾ ਸੀਗਾ ਕਿ ਦੇਖੋ ਅਮਰੀਕਾ ਮੇਰੀ ਮਤਲਬ ਕੁੱਲ ਲੋਕਾਈ ਦੇ ਵਿੱਚ ਮਤਲਬ ਕਿ ਜਿੰਨਾ ਵੀ ਗੁਰੂ ਨਾਨਕ ਨਾਮ ਲਿਆ ਸਿੱਖ ਨੇ, ਮੇਰੇ ਉਹਨਾਂ ਅੱਗੇ ਹੱਥ ਜੋੜ ਕੇ ਇਹੀ ਬੇਨਤੀ ਹੈਗੀ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਉਹ ਇਹ ਬੇਨਤੀ ਹੈਗੀ ਹੈ ਕਿ ਜਿੱਥੇ ਵੀ ਬੈਠੇ ਹੋ ਆਪਣਾ ਪੈਸਾ ਪੋਲਿਟਿਕਸ 'ਚ ਲਾਓ। ਆਪਣਾ ਪੈਸਾ ਜਿਹੜਾ ਉਹ ਪੋਲਿਟਿਕਸ ਲੱਗੇ। ਜ਼ਰੂਰੀ ਨਹੀਂ ਕਿ ਤੁਸੀਂ ਪੋਲੀਟੀਸ਼ੀਅਨ ਬਣਨਾ, ਜਿਹੜੇ ਕੋਈ ਪੋਲਿਟਿਕਸ ਹੈਗੇ ਨੇ, ਤਾਂ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਪਾਵਰ ਹੈ, ਸਾਡੀ ਜਿਹੜੀ ਸਟਰੈਂਥ ਹੈ, ਉਹ ਤਾਂ ਹੀ ਹੋ ਸਕਦੀ ਹੈ ਕਿ ਜੇ ਸਾਡਾ ਜਿਹੜਾ ਜਿੰਨਾ ਵੀ ਪੂਰੇ ਵਰਲਡ ਦੇ ਵਿੱਚ ਜਿਹੜਾ ਪੋਲੀਟੀਸ਼ੀਅਨ ਹੈ ਉਹ ਸਾਡਾ ਪੈਸਾ ਉਹਦੇ ਵਿੱਚ ਲੱਗਾ ਹੋਏ। ਬਿਲਕੁਲ ਬਿਲਕੁਲ ਸਾਡੀ ਜਿਹੜੀ ਫਾਈਨੈਂਸ਼ੀਅਲੀ ਸਟਰੈਂਥ ਉਹਦੇ ਦਿਸੇ, ਤੇ ਕੱਲ੍ਹ ਨੂੰ ਤਾਂ ਕਿ ਅਸੀਂ ਮਤਲਬ ਕਿ ਇੰਡੀਆ 'ਚ ਵੀ ਖਿਚੜੀ ਪਿਚੜ ਨਾ ਕਰੀਏ। ਹੁਣ ਜਿਵੇਂ ਉੱਥੇ ਇੰਨਾ ਕੁਛ ਹੋਇਆ, ਮਤਲਬ ਕਿ ਅਸੀਂ ਹਿੰਦੁਸਤਾਨ ਦੇ ਵਿੱਚ ਮਤਲਬ ਕਿ ਅਮਰੀਕਾ ਦੀ ਫੋਰਨ ਪਾਲਿਸੀ ਕੀ ਹੋਏਗੀ, ਉਹ ਤਾਂ ਹੀ ਹੋ ਸਕਦੀ ਹੈ ਜੇ ਸਾਡਾ ਪੈਸਾ ਉੱਥੇ ਲੱਗਾ ਹੋਏਗਾ, ਠੀਕ ਹੈ ਨਾ। ਤੇ ਤਾਂ ਹੀ ਅਸੀਂ ਫੋਰਨ ਪਾਲਿਸੀ ਡਿਕਟੇਟ ਕਰਾਂਗੇ, ਨਹੀਂ ਤਾਂ ਹਿੰਦੁਸਤਾਨ ਵਰਗੇ ਮਤਲਬ ਕਿ ਜਿਹੜਾ ਮੁਲਕ ਹੈ ਜਿਹੜੇ ਕਹਿੰਦੇ ਜੀ ਸਾਨੂੰ ਉਹ ਜੀ ਫਲਾਣਾ, ਤੇ ਜਦੋਂ ਵੀ ਦਿਲ ਕਰਦਾ ਕਦੀ ਸਿੱਖਾਂ ਨੂੰ ਢਾ ਲੈਂਦੇ ਨੇ, ਕਦੀ ਮੁਸਲਮਾਨਾਂ ਨੂੰ ਢਾ ਲੈਂਦੇ ਨੇ, ਕਦੀ ਉਹਨੂੰ ਢਾ ਲੈਂਦੇ ਨੇ। ਮਤਲਬ ਕਿ ਉਹ ਸਾਨੂੰ ਸਾਡੀ ਇੱਕ ਵਿਜ਼ਨ ਨਹੀਂ ਹੈਗਾ। ਬਿਲਕੁਲ ਵਿਜ਼ਨ ਦੀ ਬਹੁਤ ਜ਼ਰੂਰਤ ਹੈ। ਤੇ ਇਸ ਕਰਕੇ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਗੁਰਦੁਆਰਿਆਂ ਦੇ ਵਿੱਚ ਪੈਸਾ ਨਾ ਖਰਾਬ ਕਰੋ। ਗੁਰੂ ਤੁਹਾਡੇ ਅੰਦਰ ਹੀ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਨੇ ਤੁਹਾਨੂੰ ਜੋ ਬ੍ਰਹਮੰਡ ਹੈ ਸੋਈ ਪਿੰਡ ਹੈ, ਜੋ ਖੋਜਿਆ ਸੋ ਪਾਵੈ। ਸਿਰਫ ਇਹ ਹੈਗਾ ਕਿ ਜਿੰਨਾ ਵੀ ਸਰਮਾਇਆ ਉਹ ਸਰਮਾਏ ਨੂੰ ਲੋਕਾਂ ਨੂੰ ਦਿਖਾਉਣ ਦੀ ਬਜਾਏ ਉਹ ਪੋਲਿਟਿਕਸ 'ਚ ਲਾਓ, ਤਾਂ ਕਿ ਜਿੰਨੀ ਸਾਡੀ ਪੂਰੇ ਵਰਲਡ ਦੇ ਵਿੱਚ ਜਿੰਨੀ ਸਾਡੀ ਪੋਲਿਟਿਕਸ ਦੇ ਵਿੱਚ ਪੈਸਾ ਲੱਗਾ ਹੋਏਗਾ, ਉਹਨਾਂ ਸਾਡਾ ਜੇ ਪੂਰੇ ਵਰਲਡ ਦੇ ਵਿੱਚ ਦਮ ਹੋਏਗਾ, ਸਾਡੀ ਜ਼ਰੂਰਤ ਹੋਏਗੀ, ਉਹੀ ਸਾਡੀ ਪਾਵਰ ਹੈਗੀ ਹੈ। ਲੋਕਾਂ ਨੂੰ ਕਾਰਾਂ ਵੱਡੀਆਂ ਦਿਖਾ ਕੇ ਜਾਂ ਇੱਕ ਦੂਜੀ ਦੀਆਂ ਜਿਹੜੀਆਂ ਪੱਗਾਂ ਲਾ ਕੇ ਸਾਡੀ ਕੋਈ ਪਾਵਰ ਨਹੀਂ ਹੈਗੀ।
ਬਹੁਤ ਬਹੁਤ ਵਧੀਆ, ਬਹੁਤ ਬਹੁਤ ਚੰਗਾ ਇੱਕ ਤੁਸੀਂ ਮੈਸੇਜ ਕਨਵੇ ਕੀਤਾ ਹੈ। ਸੋ ਇਹ ਸਨ ਸਰਦਾਰ ਗੁਰਿੰਦਰ ਸਿੰਘ ਖਾਲਸਾ ਜਿਨ੍ਹਾਂ ਨੇ ਬੜੀ ਹੀ ਬੇਬਾਕੀ ਨਾਲ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਯੂਥ ਨੂੰ ਅੱਜ ਅੱਗੇ ਆਉਣ ਦੀ ਜ਼ਰੂਰਤ ਹੈ, ਯੂਥ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਜਿਹੜੇ ਗੁਰਦੁਆਰਾ ਸਾਹਿਬਾਨਾਂ 'ਚ ਲੜਾਈਆਂ ਝਗੜੇ ਹੋ ਰਹੇ ਨੇ, ਯੂਥ ਹੀ ਹੈ ਜੋ ਇਹਨਾਂ ਨੂੰ ਸਭ ਖਤਮ ਕਰ ਸਕਦੀ ਹੈ, ਔਰ ਯੂਥ ਹੀ ਹੈ ਜੋ ਮੇਨ ਸਟ੍ਰੀਮ ਪੋਲੀਟਿਕਸ ਜਾ ਕੇ ਆਪਣੀ ਸਰਦਾਰੀ ਨੂੰ ਹੋਰ ਵੱਡੀ ਤਰ੍ਹਾਂ ਕਾਇਮ ਕਰ ਸਕਦੀ ਹੈ। ਸੋ ਇਹ ਸਨ ਸਰਦਾਰ ਗੁਰਿੰਦਰ ਸਿੰਘ ਖਾਲਸਾ ਜੀ ਜਿਨ੍ਹਾਂ ਨੂੰ ਅਸੀਂ ਮਿਲ ਕੇ ਕਿਹਾ ਅੱਜ ਸਿੱਖ ਹਾਈ ਫਲਾਇਰ। ਅਗਲੇ ਹਫ਼ਤੇ ਇੱਕ ਹੋਰ ਸ਼ਖਸੀਅਤ ਦੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ। ਫਿਲਹਾਲ ਮੈਨੂੰ ਯਾਨੀ ਭੁਲੇਂਦਰ ਸਿੰਘ ਵਿਰਮਾਨੀ ਨੂੰ ਦਿਓ ਇਜਾਜ਼ਤ। ਧੰਨਵਾਦ।